ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ। ਜਬ ਗੁਰ ਬੋਲਹਿ ਤਬ ਬਿਸਮ ਹੋਏ ਜਾਇ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। जैसे हम सतगुर राख लिए छड़ाए। तुम गुर बंधप गुर पिता तू है गुर माता। तू गुर बंधप मेरा सखा सखाय। जो हमरी विद होती मेरे सतगुरा। सा विध तुम हर जानो आपे। हम रुलते फिरते कोई बात न पूछता। गुर सतगुर संग कीरे हम थापे। धन धन गुरु नानक जन केरा। जित मिलिया चूके सब सोग संतापे। कहा बुद्ध प्रभ तुच्छ हमारी। बरन सकै महिमा जो तिहारी। हम न सकत कर सिफत तुम्हारी। आप लिहो तुम कथा सुधारी। हम न सकत कर सिफत तुम्हारी। आप लिहो तुम कथा सुधारी। सतनाम श्री वाहिगुरु साहिब जी। जिना अंदर सच्चा नेहो। क्यों जीवन पिरी विहूणिया। गुरमुख मेले आप। नानक चिरी विछुन्निया। जिना अंदर सच्चा नेहो। क्यों जीवन पिरी विहूणिया। वाहिगुरु जी का खालसा वाहिगुरु जी की फतेह। पतत पावन भगत वत्सल किरपा दे खजाने जुग जुग अटल। दसाही पातशाहियां दी जागदी जोत धन धन सतगुरु ग्रंथ साहिब महाराज जी दी पावन पवित्र हजूरी विच
ਸਾਹਿਬ ਕਮਾਲ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਵਰਸਾਈ ਹੋਈ ਦਮਦਮੀ ਟਕਸਾਲ ਦੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਜਿਹੜਾ ਮਹਾਂਪੁਰਖਾਂ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਸੱਦਰਵਾਲਾ ਵਿਖੇ ਅੰਮ੍ਰਿਤ ਵੇਲੇ ਤੋਂ ਰੋਜ਼ਾਨਾ ਦੀ ਤਰ੍ਹਾਂ ਦੀਵਾਨ ਸਜੇ ਹੋਏ ਸੁੰਦਰ ਦੀਵਾਨਾਂ ਵਿੱਚ ਹਰ ਰੋਜ਼ ਦੇ ਨਿਤਨੇਮ ਹੋਏ। ਗੁਰੂ ਕੇ ਪ੍ਰੇਮੀਓ, ਪੰਜ ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਵਡਭਾਗੀ ਗੁਰਮੁਖਾਂ ਨੇ ਸਤਿਗੁਰੂ ਜੀ ਦੇ ਸਫਲ ਦਰਸ਼ਨ ਦੀਦਾਰ ਕਰਦਿਆਂ ਅੰਮ੍ਰਿਤ ਵੇਲੇ ਤੋਂ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਅੰਮ੍ਰਿਤ ਬਾਣੀ ਨੂੰ ਗਾ ਸੁਣ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਆਓ ਹੁਣ ਕੁਝ ਸਮੇਂ ਵਾਸਤੇ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਵਾਰਾਂ ਤੇ ਵਧੀਕ ਜੋ ਸ਼ਲੋਕ ਹਨ, ਸੋ ਆਓ ਇਹ ਪਾਵਨ ਕਥਾ ਚੱਲ ਰਹੀ ਹੈ ਸੁਣ ਕਰਕੇ ਹੋਰ ਵੀ ਲਾਹ ਖਟੀਏ। ਪਿੱਛੇ ਜੋ ਹਨ ਸਤਿਗੁਰੂ ਗਰੀਬ ਨਿਵਾਸ ਜੀ ਦੇ 11 ਸ਼ਲੋਕ ਸੰਪੂਰਨ ਹੋਏ ਹਨ। ਅੱਜ 12ਵੇਂ ਸ਼ਲੋਕ ਤੋਂ ਕਥਾ ਪ੍ਰਾਰੰਭ ਹੈ। ਸੁਣ ਕਰਕੇ ਆਓ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ੍ਹਾਂ ਅੰਦਰ ਸੱਚਾ ਨੇਹੋ, ਕਿਉ ਜੀਵਨ ਪਿਰੀ ਵਿਹੂਣਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾ ਰਹੇ ਹਨ, ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਪ੍ਰੇਮ ਹੈ ਗੁਰਮੁਖਾਂ ਦੇ, ਉਹ ਗੁਰਮੁਖ ਜਨ ਪਤੀ ਪਰਮਾਤਮਾ ਤੋਂ ਬਿਨਾ ਕਿਵੇਂ ਜੀਵਨ ਜੀ ਸਕਦੇ ਆ। ਭਾਵ ਉਹਨਾਂ ਦਾ ਵਾਹਿਗੁਰੂ ਨਾਲ ਮਿਲ ਕੇ ਜਿਉਣਾ ਹੁੰਦਾ ਹੈ। ਗੁਰਮੁਖ ਮੇਲੇ ਆਪ, ਨਾਨਕ ਚਿਰੀ ਵਿਛੁੰਨਿਆ। ਸੋ ਤਿਨਾਂ ਗੁਰਮੁਖਾਂ ਨੂੰ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਮੇਲ ਲੈਂਦੇ ਹਨ, ਗੁਰੂ ਰੂਪ ਧਾਰ ਕੇ ਚਿਰਾਂ ਤੋਂ ਵਿਛੜਿਆ ਹੋਇਆ ਨੂੰ, ਅਥਵਾ ਮੁਖੀ ਗੁਰਾਂ ਦੁਆਰਾ ਵਾਹਿਗੁਰੂ ਜੀ ਆਪਣੇ ਮੇਲ ਵਿੱਚ ਤਿਨਾਂ ਪ੍ਰੇਮੀਆਂ ਨੂੰ ਮਿਲਾ ਲੈਂਦੇ ਹਨ ਜੋ ਚਿਰਾਂ ਤੋਂ ਵਿਛੜੇ ਹੋਏ ਹਨ। ਜਿਨ ਕੋ ਪ੍ਰੇਮ ਪਿਆਰ, ਤਉ ਆਪੇ ਲਾਇਆ ਕਰਮ ਕਰ। ਜਿਨ੍ਹਾਂ ਦੇ ਹਿਰਦੇ ਵਿੱਚ ਆਪ ਜੀ ਨੇ ਆਪਣੇ ਪ੍ਰੇਮ ਦਾ ਪਿਆਰ ਆਪਣੀ ਕਰਮ ਬਖਸ਼ਿਸ਼ ਕਰਕੇ ਲਾਇਆ ਨਾ, ਕਿਰਪਾ ਦ੍ਰਿਸ਼ਟੀ ਕਰਕੇ। ਧੰਨ ਗਰੀਬ ਨਿਵਾਸ ਜੀਓ। ਨਾਨਕ ਲੇਹੁ ਮਿਲਾਏ, ਮੈਂ ਜਾਚਕ ਦੀਜੈ ਨਾਮ ਹਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ, ਇਹ ਪਰਮੇਸ਼ਰ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਜਨਾਂ ਨੂੰ ਆਪਣੇ ਸਰੂਪ ਵਿੱਚ ਆਪ ਜੀ ਮਿਲਾ ਲੈਂਦੇ ਹੋ। ਅਸੀਂ ਵੀ ਆਪ ਜੀ ਪਾਸੋਂ ਮੰਗਦੇ ਹਾਂ, ਜਾਚਕ ਬਣ ਕੇ, ਮੰਗਤੇ ਬਣ ਕੇ, ਦੀਜੈ ਨਾਮ ਹਰ। ਨਾਮ ਦੀ ਦਾਤ ਆਪ ਜੀ ਪਾਸੋਂ ਮੰਗਦੇ ਹਾਂ। ਗੁਰਮੁਖ ਹੱਸੈ ਗੁਰਮੁਖ ਰੋਵੈ, ਸੋ ਗੁਰਮੁਖ ਜਨਾਂ ਦੀ ਕਰਨੀ ਕਿਹੋ ਜਿਹੀ ਆ। ਗੁਰਮੁਖ ਹੱਸਦੇ ਵੀ ਆ, ਗੁਰਮੁਖ ਰੋਂਦੇ ਵੀ ਹਨ। ਜੇ ਗੁਰਮੁਖ ਕਰੇ ਸਾਈ ਭਗਤ ਹੋਵੈ,
ਗੁਰਮੁਖ ਜਨ ਬ੍ਰਹਮਾਨੰਦ ਨੂੰ ਪਾ ਕੇ ਤੇ ਖੇੜੇ ਸਹਿਤ ਹੋ ਕੇ ਹੱਸੇ ਪ੍ਰਸੰਨ ਹੁੰਦੇ ਹਨ। ਗੁਰਮੁਖ ਰੋਵੈ, ਕਦੇ ਕਦੇ ਗੁਰਮੁਖ ਰੋਂਦੇ ਵੀ ਆ। ਰੋਂਦੇ ਕਿਉਂ ਆ ਕਿ ਮੈਂ ਪਹਿਲਾ ਜਿਹੜਾ ਜਨਮ ਹੈ ਨਾ ਇੰਨਾ ਵਿਅਰਥ ਵਿੱਚ ਗਵਾ ਲਿਆ। ਜਿਸ ਪਰਮੇਸ਼ਰ ਨੇ ਇੰਨੀਆਂ ਬਖਸ਼ਾਂ ਕੀਤੀਆਂ, ਜਿਹੜਾ ਆਨੰਦ ਵਾਹਿਗੁਰੂ ਨੇ ਬਖਸ਼ਿਆ, ਇਹ ਕਥਨ ਤੋਂ ਰਹਿਤ ਹੈ। ਇਹ ਬੜਾ ਭਾਰੀ ਅਮੋਲਕ ਆਨੰਦ ਹੈ, ਬੇਕੀਮਤਾ ਆਨੰਦ ਹੈ। ਇਹ ਆਨੰਦ ਤੋਂ ਮੈਂ ਪਹਿਲਾਂ ਕਿਉਂ ਵਾਂਝਾ ਰਿਹਾ, ਇਸ ਕਰਕੇ ਰੋਂਦੇ ਹਨ। ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਸਤਿਗੁਰੂ ਜੀ ਫਰਮਾਉਂਦੇ ਹਨ, ਜਿਹੜੇ ਗੁਰਮੁਖ ਵੈਰਾਗ ਵਿੱਚ ਰੋਣਾ ਤੇ ਬ੍ਰਹਮਾਨੰਦ ਨੂੰ ਪਾ ਕੇ ਹੱਸਣਾ ਕਰਦੇ ਆ ਨਾ, ਉਹ ਜੋ ਵੀ ਕਰਦੇ ਆ, ਜੇ ਸੋ ਇਹ ਗੁਣ ਹੱਸਣ ਤੇ ਰੋਣ ਦਾ ਜੋ ਉਹ ਧਾਰਨ ਕਰਦੇ ਆ, ਜੋ ਵੀ ਉਹ ਕਰਦੇ ਆ, ਉਹ ਭਗਤੀ ਕਰਦੇ ਆ। ਕਿਉਂਕਿ ਉਹਨਾਂ ਦੀ ਬਿਰਤੀ ਚਿੱਤ ਦੀ ਪਰਮੇਸ਼ਰ ਵੱਲ ਲੱਗੀ ਰਹਿੰਦੀ ਆ। ਸੋ ਜਿਹੜਾ ਕੁਝ ਗੁਰਮੁਖ ਜਨ ਪ੍ਰੇਮ ਵਿੱਚ ਲੀਨ ਹੋ ਕੇ ਕਰਦੇ ਆ ਨਾ, ਉਹ ਭਗਤੀ ਵਿੱਚ ਹੀ ਦਾਖਲ ਹੁੰਦਾ। ਕਿਉਂਕਿ ਜੇ ਉਹ ਪ੍ਰੇਮ ਧਾਰ ਕੇ ਇਹ ਵਾਹਿਗੁਰੂ ਦਾ ਵਿਛੋੜਾ ਪਹਿਲਾਂ ਕਿਉਂ ਮੈਨੂੰ ਰਿਹਾ, ਇਹ ਅਨੁਭਵ ਕਰਦੇ ਆ, ਤਾਂ ਵੀ ਉਹ ਭਗਤੀ ਆ। ਜੋ ਵਾਹਿਗੁਰੂ ਦੇ ਆਨੰਦ ਨੂੰ ਪਾ ਕੇ ਉਹਦੇ ਗੁਣ ਗਾਉਂਦੇ ਆ ਕਿ ਧੰਨ ਵਾਹਿਗੁਰੂ ਕਿਰਪਾ ਕਰਕੇ ਸਤਿਗੁਰੂ ਰੂਪ ਧਾਰ ਕੇ ਮਿਲਾ ਲਿਆ, ਗੁਣ ਗਾਉਂਦੇ ਆ, ਇਹ ਵੀ ਭਗਤੀ ਹੈ। ਇਸ ਤਰ੍ਹਾਂ ਗੁਰਮੁਖ ਜਨ ਜਿਹੜੀ ਵੀ ਗੱਲ ਕਰਦੇ ਉਹ ਭਗਤੀ ਵਾਲੀ ਹੀ ਹੁੰਦੀ ਹੈ। ਗੁਰਮੁਖ ਹੋਵੇ ਸੋ ਕਰੇ ਵਿਚਾਰ। ਇਸ ਬਾਤ ਨੂੰ ਵੀ ਜੋ ਗੁਰਮੁਖ ਜਨ ਹੁੰਦੇ ਆ ਉਹੀ ਵਿਚਾਰ ਕਰਦੇ ਹਨ। ਗੁਰਮੁਖ ਨਾਨਕ ਪਾਵੈ ਪਾਰ। ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ। ਬਜ਼ੁਰਗੋ ਪਿੱਠ ਨਾ ਕਰੋ ਪਿੱਛੇ ਗੁੜਕੇ ਸਾਹਿਬ ਆ, ਇੱਧਰ ਕਰ ਲਓ ਤੁਸੀਂ ਐਸ ਕੰਧ ਨਾਲ। ਹਾਂਜੀ। ਗੁਰਮੁਖ ਨਾਨਕ ਪਾਵੈ ਪਾਰ। ਸੋ ਇਸ ਪ੍ਰਕਾਰ ਗੁਰਮੁਖ ਜਨ ਜੋ ਬੰਦਗੀ ਕਰਦੇ ਆ, ਸਤਿਗੁਰੂ ਜੀ ਫਰਮਾਉਂਦੇ ਉਹਨਾਂ ਨੂੰ ਧੰਨ ਸੱਚੇ ਪਾਤਸ਼ਾਹ ਸਤਿਗੁਰੂ ਜੀ ਇਸ ਸੰਸਾਰ ਤੋਂ ਪਾਰ ਮੁਕਤ ਰੂਪ ਕਿਨਾਰੇ ਤੇ ਕਰ ਦਿੰਦੇ ਹਨ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ। ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਔਰ ਗੁਰਬਾਣੀ ਦੀ ਵਿਚਾਰ ਕਰਦੇ ਹਨ। ਤਿਨ ਕੇ ਮੁਖ ਸਦ ਉਜਲੇ, ਤਿਤ ਸੱਚੈ ਦਰਬਾਰ। ਉਹਨਾਂ ਦੇ ਮੁਖ ਸੋ ਸਦ ਉਜਲੇ, ਸਦਾ ਹੀ ਉਹਨਾਂ ਦੇ ਮੁਖ ਉਜਲੇ ਰਹਿੰਦੇ ਹਨ, ਖਿੜੇ ਰਹਿੰਦੇ ਹਨ। ਔਰ ਸੋ ਉਹਨਾਂ ਦੇ ਮੁਖ ਜਿਹੜੇ ਹਨ ਸੋ ਕਾਲਖੰਡ, ਲਾਂਤ ਰੂਪੀ ਕਾਲਖੰਡ ਤੋਂ ਰਹਿਤ ਰਹਿੰਦੇ ਹਨ। ਔਰ ਜਸ ਰੂਪੀ ਜਿਹੜੇ ਟਿੱਕੇ ਉਹਨਾਂ ਦੇ ਮੱਥੇ ਦੇ ਨਿਕਲਦੇ ਹਨ। ਤਿਤ ਸੱਚਾ ਦਰਬਾਰ, ਤਿਸ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਰਬਾਰ, ਸਤ ਸੰਗਤ ਰੂਪੀ ਦਰਬਾਰ ਵਿੱਚ ਅਥਵਾ ਸੱਚਖੰਡ ਰੂਪੀ ਦਰਬਾਰ ਦੇ ਵਿੱਚ ਉਹ ਵਾਹਿਗੁਰੂ ਦੇ ਪਿਆਰੇ ਸਦਾ ਲੋਕ ਪਰਲੋਕ ਵਿੱਚ ਉੱਜਲ ਮੁਖ ਵਾਲੇ ਹੁੰਦੇ ਆ। ਉਹ ਆਪ ਤਾਂ ਉੱਜਲ ਮੁਖ ਵਾਲੇ ਹੁੰਦੇ ਹੀ ਆ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਆਪਣੀ ਕਾਲ ਕਮਾਈ ਕਰਕੇ ਗਏ ਆ ਨਾਮ ਦੀ। ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ, ਉਹਨਾਂ ਦੇ ਮੁਖ ਉਜਲੇ ਹੋਰ ਅਨੇਕਾਂ ਹੀ ਸੋ ਬੇਅੰਤੀ ਸ੍ਰਿਸ਼ਟੀ ਜਿਹੜੀ ਨਾਲ ਛੁੱਟ ਜਾਂਦੀ ਹੈ। ਤਿਨ ਬਹਿਦਿਆ ਉਠਦਿਆ ਕਦੇ ਨਾ ਵਿਸਰੈ। ਤਿਨਾਂ ਨੂੰ ਬਹਿੰਦਿਆਂ ਅਤੇ ਉੱਠਦਿਆਂ ਹੋਇਆ ਕਦੇ ਵੀ ਪਰਮੇਸ਼ਰ ਨਹੀਂ ਭੁੱਲਦਾ।
ਸੋ ਬਹਿਣ ਤੋਂ ਉੱਠਣ ਦੇ ਸਮੇਂ ਵਿੱਚ ਵੀ ਨਹੀਂ ਭੁੱਲਦਾ, ਅਥਵਾ ਬੈਠਿਆਂ ਵੀ ਉਹ ਨਾਮ ਜਪਦੇ ਆ। ਉੱਠ ਕੇ ਜਦੋਂ ਵਿਚਰਦੇ ਆ, ਉਹ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਆ ਨਾ, ਉਠਤ ਬੈਠਤ ਸੋਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਉਠਤ ਬੈਠਤ ਹਰ ਹਰ ਧਿਆਈਐ, ਅਨਦਿਨ ਸੁਕ੍ਰਿਤ ਕਰੀਐ। ਉਹ ਗੁਰੂ ਦੀ ਆਗਿਆ ਨੂੰ ਮੰਨ ਕਰਕੇ ਸਦਾ ਹੀ ਪਰਮੇਸ਼ਰ ਦਾ ਜਾਪ ਕਰਦੇ ਹਨ। ਜੇ ਆਪ ਬਖਸ਼ੇ ਕਰਤਾਰ, ਜਿਨ੍ਹਾਂ ਨੂੰ ਆਪ ਕਰਤਾਰ ਵਾਹਿਗੁਰੂ ਜੀ ਨੇ ਬਖਸ਼ ਕਰਕੇ ਇਹ ਦਾਤ ਬਖਸ਼ਣਾ ਕੀਤੀ ਹੈ। ਨਾਨਕ ਗੁਰਮੁਖ ਮਿਲੇ ਨਾ ਵਿਛੜਹਿ। ਸਾਨੂੰ ਗੁਰੂ ਗਰੀਬ ਨਿਵਾਸ ਜੀ ਚੌਥੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਗੁਰਮੁਖ ਜੋ ਹਨ ਉਹ ਵਾਹਿਗੁਰੂ ਦੇ ਮੇਲ ਵਿੱਚ ਇਹੋ ਜਿਹੇ ਮਿਲੇ ਕਿ ਦੁਬਾਰਾ ਨਹੀਂ ਵਿਛੜੇ। ਜੇ ਮੇਲੇ ਸਿਰਜਣਹਾਰ, ਸੋ ਜਿਨ੍ਹਾਂ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਿਰਜਣਹਾਰ ਦੇ ਨਾਲ ਪਰਮੇਸ਼ਰ ਨਾਲ ਮਿਲਾ ਦਿੱਤਾ। ਗੁਰ ਪੀਰਾਂ ਕੀ ਚਾਕਰੀ, ਮਹਾ ਕਰੜੀ ਸੁਖ ਸਾਰ। ਜੋ ਗੁਰ ਪੂਜਨਿਕ ਪੀਰ ਜੋ ਸ਼ਕਤੀਆਂ ਵਾਲੇ ਸਤਿਗੁਰੂ ਜੀ ਆ, ਸਤਿਗੁਰੂ ਜੀ ਦੀ ਚਾਕਰੀ ਜੋ ਕਰਨੀ ਹੈ ਨਾ, ਸੇਵਾ ਕਾਲ ਰੂਪ, ਸੇਵਾ ਭਗਤੀ ਕਰਨ ਰੂਪ, ਬੜੀ ਹੀ ਕਰੜੀ ਹੈ, ਬਹੁਤ ਹੀ ਕਠਿਨ ਹੈ। ਪਰ ਇਹ ਪਿਆਰਿਓ ਮਹਾ ਸੁਖ, ਸੋ ਮਹਾ ਕਰੜੀ ਸੁਖ ਸਾਰ ਹੈ ਤਾਂ ਬੜੀ ਕਠਿਨ ਹੈ, ਕਿਉਂਕਿ ਵਚਨ ਮੰਨਣਾ ਬੜਾ ਔਖਾ ਹੈ। ਵੇਖੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਪਰਖਾਂ ਕੀਤੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕਿੰਨੀਆਂ ਪਰਖਾਂ ਕੀਤੀਆਂ। ਜੋ ਕੋਲ ਰਹਿਣ ਵਾਲੇ ਸਨ ਉਹਨਾਂ ਨੂੰ ਗੁਰੂ ਕੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਖੇਤਾਂ ਦੇ ਵਿੱਚ ਸਾਰੀ ਦਿਹਾੜੀ ਜੰਗੀ ਫੜਾ ਕੇ ਹਲਦੀ ਤੇ ਲਾਈ ਰੱਖਣਾ, ਹੋਰ ਖੇਤੀ ਦੀ ਜੋ ਸੇਵਾ ਹੈ ਖੇਤਾਂ ਨੂੰ ਸਵਾਰਨ ਦੀ। ਸੋ ਪ੍ਰਸ਼ਾਦਾ ਜੋ ਸੀ ਉਹ ਇੱਕ ਦਿਨ ਇੱਕ ਟਾਈਮ ਕਰ ਦਿੱਤਾ ਤਿੰਨਾਂ ਸਮਿਆਂ ਚੋਂ, ਫਿਰ ਦੂਜੇ ਦਿਨ ਕਰਤਾ, ਇੱਕ ਦਿਨ ਛੱਡ ਕੇ ਤੀਜੇ ਦਿਨ ਕਰਤਾ। ਫਿਰ ਗੁਰੂ ਕੇ ਪਿਆਰੋ ਇਸੇ ਤਰ੍ਹਾਂ ਅਖੀਰ ਦਸਾਂ ਦਿਨਾਂ ਤੱਕ ਜਦੋਂ ਕਰਤਾ ਤੇ ਜਿਹੜੇ ਛਕਣ ਛਕਾਉਣ ਵਾਲੇ ਸੀ ਸਾਰੇ ਭੱਜ ਗਏ। ਜਿਹੜੇ ਇਕੱਲੇ ਪ੍ਰਸ਼ਾਦਾ ਛਕਣ ਜਾਂ ਸੁੰਦਰ ਪਦਾਰਥ ਬਣਦੇ ਵੇਖ ਕੇ ਸੇਵਾ ਕਰ ਰਹੇ ਸੀ ਔਰ ਆਪਣੇ ਸਰੀਰ ਨੂੰ ਬਾਰ-ਬਾਰ ਤੱਕਦੇ ਸੀ ਕਿ ਹੁਣ ਮੇਰਾ ਸਰੀਰ ਵੱਧ ਫੁੱਲ ਰਿਹਾ ਹੈ, ਸੋ ਝਿੜੜੀਆਂ ਮਿਟ ਰਹੀਆਂ, ਉਹ ਸਾਰੇ ਹੀ ਭੱਜ ਗਏ। ਉਹ ਰਹਿ ਗਏ ਜਿਨ੍ਹਾਂ ਨੇ ਸੋਚਿਆ ਕਿ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੀ ਸੇਵਾ ਹੀ ਸਾਨੂੰ ਗੁਰੂ ਕੇ ਹੁਕਮ ਨਾਲ ਹੀ ਪ੍ਰੇਮ ਆ, ਗੁਰੂ ਕੇ ਪ੍ਰੇਮੀਓ ਉਹ ਰਹਿ ਗਏ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਇਸ ਪ੍ਰਕਾਰ ਕਰੜੀ ਪਰਖ ਕਰਕੇ ਤੇ ਫਿਰ ਪਹਿਲਾਂ ਵਾਂਗ ਹੀ ਲੰਗਰ ਚਲਾਤਾ। ਫਿਰ ਜਦੋਂ ਖੇਤੀ ਪੱਕ ਗਈ, ਖੇਤੀ ਪੱਕ ਕੇ ਖਲਵਾੜੇ ਲੱਗ ਗਏ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਤੁਹਾਡੀ ਘਾਲ ਥਾਂ ਪੈ ਗਈ, ਹੁਣ ਅੱਗ ਲਾ ਦਿਓ, ਸਾਡਾ ਬਚਨ ਮੰਨ ਲਓ। ਹੁਣ ਗੁਰੂ ਪ੍ਰੇਮੀਓ ਜਿਨ੍ਹਾਂ ਨੇ ਇਹ ਵਿਚਾਰਿਆ ਕਿ ਅਸੀਂ ਤਾਂ ਰਾਤ ਪਾਣੀ ਲਾਉਂਦੇ ਰਹੇ ਉੱਠ ਕਰਕੇ ਤੜਕੇ, ਅਸੀਂ ਇੰਨੀ ਹਲ ਵਾਇਆ, ਇੰਨੀ ਕਈ ਫੇਰੀ, ਇੰਨੀ ਸੰਭਾਲ ਕੀਤੀ, ਸਾਥੋਂ ਕਹਿਣ ਲੱਗੇ ਮਹਾਰਾਜ ਸਾਥੋਂ ਨਹੀਂ ਅੱਗ ਲਾਈ ਜਾਂਦੀ, ਬੜੀ ਔਖੀ ਹੈ। ਪਰ ਜਿਨ੍ਹਾਂ ਨੇ ਇਹ ਵਚਨ ਧਿਆਨ 'ਚ ਰੱਖਿਆ ਕਿ ਅਸੀਂ ਤਾਂ ਗੁਰੂ ਕੇ ਹੁਕਮ ਨਾਲ ਹੀ ਲੱਗੇ ਸਾਂ, ਮਹਾਰਾਜ ਨੇ ਉੱਥੇ ਸੇਵਾ ਚਲਾਤਾ ਤੇ ਉਹ ਕਰ ਲਈ, ਹੁਣ ਗੁਰੂ ਕਾ ਹੁਕਮ ਹੈ ਜੇ ਅੱਗ ਲਾਉਣ ਦਾ ਤੇ ਕਿਹੜੀ ਗੱਲ ਹੈ। ਉਹਨਾਂ ਝੱਟ ਹੀ ਅੱਗ ਲਾਤੀ, ਉਹ ਖਲਵਾੜੇ ਸੜ ਕੇ ਸੁਆਹ ਬਣ ਗਏ। ਇਸ ਤਰ੍ਹਾਂ ਉਹ ਹੁਕਮ ਮੰਨਣ ਦੀ ਸੇਵਾ ਕੀਤੀ। ਫਿਰ ਗੁਰੂ ਪ੍ਰੇਮੀਓ ਧੰਨ ਗੁਰੂ ਗਰੀਬ ਨਿਵਾਸ ਜੀ ਨੇ ਅਖੀਰੀ ਪਰਖ ਕੀਤੀ, ਧਾਰਨਿਕ ਰੂਪ ਬਣਾ ਲਿਆ। ਸਰੀਰ ਦੇ ਉੱਪਰ ਸੁਆਹ ਮੜ ਲਈ, ਇੱਕ ਸੁਆਨ ਦੋ ਸੁਆਨੀਆਂ ਨਾਲ ਲੈ ਲਈਆਂ,
ਜਿਹੜਾ ਵੀ ਪਿੱਛੇ ਤੁਰੇ ਮਹਾਰਾਜ ਉਹਦੇ ਕੁਤਕਾ ਮਾਰਨ, ਭਾਰੀ ਕੁਤਕਾ ਕਲਿਆ ਸੀ ਮੋਢੇ ਤੇ, ਰੱਸੇ ਆਪਣੇ ਲੱਕ ਨੂੰ ਲੇਟ ਲਏ। ਇਸ ਤਰ੍ਹਾਂ ਦਾ ਜਿਹੜਾ ਰੂਪ ਧਾਰਿਆ ਗੁਰੂ ਪ੍ਰੇਮੀਓ, ਤੇ ਇਸ ਪਰਖ ਵਿੱਚੋਂ ਜਿਹੜਾ ਵੀ ਕੋਈ ਨੇੜੇ ਆਉਂਦਾ ਉਹਦੇ ਸਤਿਗੁਰੂ ਜੀ ਕੁਤਕਾ ਮਾਰਦੇ। ਆਖਰ ਨੂੰ ਵੇਖਿਆ ਪਿੱਛੇ ਤੁਰੇ ਆ ਰਹੇ ਆ। ਪੁੱਛਿਆ ਕਿਉਂ ਆਉਂਦੇ ਜੀ ਤੁਹਾਡੇ ਸਿੱਖ? ਜਿਹੜਾ ਸਿੱਖ ਗਏ ਉਹਦੇ ਕੁਤਕਾ ਵਜੇ। ਬਹੁਤ ਸਾਰੇ ਤਾਂ ਉੱਥੋਂ ਹੀ ਗਿਣਤੀ ਜਿਹੜੀ ਸੀ ਉਹ ਚਲੀ ਘਟ ਗਈ। ਫਿਰ ਜਿਹੜੇ ਪਿੱਛੇ ਰਹਿ ਗਏ ਸਤਿਗੁਰੂ ਜੀ ਨੇ ਉਹਨਾਂ ਵਾਸਤੇ ਰੁਪਈਏ, ਪਹਿਲਾਂ ਪੈਸੇ, ਰੁਪਈਏ, ਮੋਹਰਾਂ ਆਦਿਕ ਵਿਛਾ ਕਰਕੇ ਸਾਰਿਆਂ ਨੂੰ ਮੋੜਤਾ। ਰਹਿ ਗਏ ਗੁਰੂ ਕੇ ਪਿਆਰਿਓ 5 ਸਿੱਖ, ਜਿਨ੍ਹਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ, ਧੰਨ ਬਾਬਾ ਲਹਿਣਾ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਭਾਈ ਜਿੱਤਾ ਰੰਧਾਵਾ। ਇਸ ਤਰ੍ਹਾਂ 5 ਸਿੱਖ ਰਹਿ ਗਏ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਜਦੋਂ ਫਿਰ ਮੁਰਦਾ ਵਿਖਾਇਆ ਤਾਂ ਬਾਕੀ 4 ਜਿਹੜੇ ਸੀ ਉਹ ਝਾੜੀਆਂ ਉਹਲੇ ਹੋ ਗਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਖ ਦੇ ਵਿੱਚੋਂ ਸੋ ਪਾਸ ਹੋਏ ਸਨ। ਇਸ ਤਰ੍ਹਾਂ ਗੁਰੂ ਕੇ ਪ੍ਰੇਮੀਓ, ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਇਹ ਮੁਰਦਾ ਖਾ। ਉਦਾਲੇ ਫਿਰਨ ਲੱਗ ਪਏ। ਪੁੱਛਿਆ ਜੀ ਕਿੱਧਰੋਂ? ਕਹਿਣ ਲੱਗੇ ਪੈਰਾਂ ਵੱਲੋਂ। ਜਦੋਂ ਉਹ ਬਸਤਰ ਚੁੱਕਿਆ ਤਾਂ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਸੀ। ਸਤਿਗੁਰੂ ਗਰੀਬ ਨਿਵਾਸ ਜੀ ਨੇ ਸਾਰੀ ਖੇਡ ਅਲੋਪ ਕਰ ਦਿੱਤੀ। ਔਰ ਆਪਣੇ ਅੰਗ ਨਾਲ ਪਰਸ ਕਰਕੇ ਅੰਗ ਪਰਸ ਕੇ ਅੰਗਦ ਬਣਿਆ ਜੋ ਦੀਵੇ ਤੇ ਦੀਵਾ। ਸੋ ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਾਬਾ ਲਹਿਣਾ ਜੀ ਤੋਂ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਗਾਂ ਨਾਲ ਲਾ ਕੇ ਅੰਗਦ ਬਣਾ ਲਏ ਔਰ ਆਪਣੀ ਜੋਤ ਜੋ ਸੀ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਵਿੱਚ ਟਿਕਾ ਦਿੱਤੀ। ਇਸ ਪ੍ਰਕਾਰ ਗੁਰ ਪੀਰਾਂ ਦੀ ਚਾਕਰੀ ਬਹੁਤੀ ਕਠਿਨ ਹੈ ਪਰ ਸਾਰ ਸ੍ਰੇਸ਼ਟ ਸੁਖ ਦੇਣ ਵਾਲੀ ਹੈ। ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਜਿਸ ਉੱਤੇ ਮੇਰਾ ਵਾਹਿਗੁਰੂ ਆਪਣੀ ਮਿਹਰ ਕਰੇ ਉਹਨੂੰ ਆਪਣੇ ਨਾਲ ਮਨ ਦਾ ਵੀ ਪ੍ਰੇਮ ਲਾਉਂਦਾ ਹੈ ਤੇ ਹੇਤ ਬਾਣੀ ਦਾ ਵੀ ਲਾ ਲੈਂਦਾ ਹੈ। ਸਤਿਗੁਰ ਕੀ ਸੇਵੈ ਲੱਗਿਆ ਭਉਜਲ ਤਰੈ ਸੰਸਾਰ। ਸਤਿਗੁਰਾਂ ਦੀ ਸੇਵਾ ਵਿੱਚ ਲੱਗਿਆ ਇਹ ਭਉਜਲ ਜੋ ਭੈਦਾਇਕ ਜਲ ਹਨ, ਜਿਹਦੇ ਚ ਭੈ ਦਾ ਜਲ ਹੈ, ਇਹ ਸੰਸਾਰ ਗੁਰਮੁਖ ਜਨ ਸੌਖੇ ਹੀ ਤਰ ਜਾਂਦੇ ਹਨ। ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ। ਬਾਰ ਨਿਸ਼ਚਿਤ ਫਲ ਪ੍ਰਾਪਤ ਕਰ ਲੈਂਦੇ ਆ। ਅੰਦਰ ਵਿਵੇਕ ਦੀ ਵਿਚਾਰ ਹੈ। ਜੀਵ ਈਸ਼ ਦੀ ਏਕਤਾ, ਦੋਨਾਂ ਨੂੰ ਦੀ ਜੋ ਏਕਤਾ ਕਰਨੀ ਇਹਦਾ ਨਾਮ ਵਿਵੇਕ ਹੈ। ਔਰ ਵਿਵੇਕ ਦੀ ਵਿਚਾਰ ਉਹਨਾਂ ਦੇ ਹਿਰਦੇ ਵਿੱਚ ਆਉਂਦੀ ਹੈ। ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ। ਧੰਨ ਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਹਨ, ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਸਤਿਗੁਰਾਂ ਨਾਲ ਮਿਲਣ ਕਰਕੇ
ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸਭ ਦੁਖ ਨਿਵਾਰਣ ਹਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨਾਲ ਮੇਲ ਕਰਕੇ ਸਾਰੇ ਦੁੱਖਾਂ ਦੀ ਨਿਵਰਤੀ ਕਰਨ ਵਾਲੇ ਹਨ। ਸਤਿਗੁਰੂ ਮਨਮੁਖ ਸੇਵਾ ਜੋ ਕਰੇ, ਦੂਜੈ ਭਾਏ ਚਿਤ ਲਾਏ। ਮਨਮੁਖ ਪ੍ਰਾਣੀ ਜੋ ਸੇਵਾ ਕਰਦਾ ਹੈ, ਵੇਖੋ ਉਹਦੀ ਸੇਵਾ ਵਿੱਚ ਕੀ ਫਰਕ ਰਹਿ ਜਾਂਦਾ। ਉਹ ਦ્વੈਤ ਭਾਵ ਵਿੱਚ ਚਿੱਤ ਲਾ ਕੇ ਸੇਵਾ ਕਰਦਾ ਹੈ। ਪੁੱਤ ਕਲਤ ਕੁਟੰਬ ਹੈ, ਮਾਇਆ ਮੋਹ ਵਧਾਏ। ਪੁੱਤ ਪੁੱਤਰ ਆਦਿਕ ਕੁਲਤ ਜੋ ਇਸਤਰੀ ਤੋਂ ਵਧਿਆ ਹੈ, ਸਾਰਾ ਹੀ ਕੁਟੰਬ ਪਰਿਵਾਰ ਹੈ ਨਾ, ਇਹਦੇ ਨਾਲ ਪ੍ਰੇਮ ਕਰਦਾ ਹੈ, ਸੋ ਮਾਇਆ ਦਾ ਮੋਹ ਵਧਾਉਂਦਾ ਹੈ। ਇਹ ਸਾਰਾ ਹੀ ਮਾਇਆ ਹੀ ਹੈ ਨਾ, ਪਰਮੇਸ਼ਵਰ ਤੋਂ ਫਰਕ ਪਾਉਣ ਵਾਲੀ। ਉਹ ਜੋ ਕੁਝ ਵੀ ਕਰਦਾ ਹੈ, ਜੇ ਗੁਰੂ ਘਰ ਵੀ ਜਾਂਦਾ ਹੈ, ਸੋਚਦਾ ਉੱਥੋਂ ਵੀ ਆਹ ਵੀ ਚੁੱਕ ਕੇ ਘਰ ਨੂੰ ਲੈ ਜਾ, ਆਹ ਵੀ ਚੰਗੀ ਚੀਜ਼ ਹੈ ਵੀ ਮੈਂ ਉੱਥੇ ਪਹੁੰਚਾ ਦਿਆਂ। ਸੋ ਇਸ ਪ੍ਰਕਾਰ ਧਿਆਨ ਉਹਦੀ ਬਿਰਤੀ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿਆਨ ਲਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀਜੈ। ਸੋ ਬਹੁਤੇ ਪ੍ਰਪੰਚ ਕਰਕੇ, ਕਪਟ ਛਲ ਕਰਕੇ, ਪਰਾਇਆ ਧਨ ਚੁਰਾ ਕੇ ਵੀ ਲਿਆ ਕੇ ਆਪਣੇ ਧੀਆਂ ਪੁੱਤਰਾਂ ਨੂੰ ਹੀ ਦਿੰਦਾ। ਔਰ ਇਹ ਨਹੀਂ ਸੋਚਦਾ ਕਿ ਅੰਤ ਵੇਲੇ ਇਹ ਜਿਹੜਾ ਭੁੱਲਿਆ ਮਨ ਆ, ਲੇਖਾ ਤੈਨੂੰ ਦੇਣਾ ਪੈਣਾ, ਹੋਰ ਕਿਸੇ ਨੇ ਨਹੀਂ ਦੇਣਾ। ਇਸ ਕਰਕੇ ਆ ਕੇ ਜੋ ਕੁਝ ਬਾਹਰੋਂ ਲੁੱਟ ਕੇ ਲਿਆਉਂਦਾ, ਆ ਕੇ ਪੁੱਤਰ ਤੇ ਇਸਤਰੀ ਆਦਿਕ ਸਾਰਿਆਂ ਤੇ ਲੁਟਾ ਦਿੰਦਾ ਹੈ। ਦਰਗਹਿ ਲੇਖਾ ਮੰਗੀਐ, ਕੋਈ ਅੰਤ ਨਾ ਸਕੀ ਛਡਾਏ। ਜਦੋਂ ਇਸ ਜੀਵ ਪਾਸੋਂ ਧਰਮ ਰਾਜੇ ਦੀ ਦਰਗਾਹ ਦੇ ਵਿੱਚ ਲੇਖਾ ਮੰਗਿਆ ਗਿਆ, ਤਾਂ ਇਹ ਪੁੱਤਰ ਇਸਤਰੀ ਆਦਿਕ ਇਹਨਾਂ ਚੋਂ ਕੋਈ ਵੀ ਛਡਾਉਣ ਵਾਲਾ ਨਹੀਂ ਹੋਣਾ, ਕਿਸੇ ਨੇ ਛਡਾ ਨਹੀਂ ਸਕਣਾ। ਬਿਨ ਨਾਵੈ ਸਭ ਦੁੱਖ ਹੈ, ਦੁਖਦਾਈ ਮੋਹ ਮਾਏ। ਪਰਮੇਸ਼ਰ ਦਾ ਨਾਮ ਜਪੇ ਬਿਨਾ ਇਹ ਸਾਰੀ ਦੁੱਖ ਰੂਪ ਹੀ ਹੈ ਮਾਇਆ। ਇਸ ਕਰਕੇ ਮੋਹ ਮਾਇਆ, ਇਹ ਜਿਹੜਾ ਮੋਹ ਹੈ ਨਾ ਮਾਇਆ ਦਾ, ਇਹ ਦੁਖਦਾਈ ਹੀ ਹੈ ਭਾਈ। ਇਸ ਵਿੱਚ ਪ੍ਰੇਮ ਨਹੀਂ ਲਾਉਣਾ ਚਾਹੀਦਾ। ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੁੜ ਸਭ ਜਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਜੋ ਬਾਤ ਹੈ ਨਾ, ਇਹ ਸਮਝ ਗੁਰਮੁਖਾਂ ਨੂੰ ਆਈ ਹੈ, ਉਹਨਾਂ ਨੂੰ ਨਜ਼ਰ ਪਈ ਹੈ, ਫਿਰ ਉਹਨਾਂ ਦੀ ਮੋਹ ਮਾਇਆ ਸਾਰਾ ਹੀ ਦੁੱਖ ਵਿਛੜ ਜਾਂਦਾ ਹੈ। ਅਥਵਾ ਦੁੱਖ ਦੇਣ ਵਾਲੇ ਇਹ ਮੋਹ ਮਾਇਆ ਦਾ ਮੋਹ ਸਾਰਾ ਦੂਰ ਹੋ ਜਾਂਦਾ ਹੈ। ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਗੁਰਮੁਖ ਜਨ ਸਹਿ ਪਤੀ ਪ੍ਰਮਾਤਮਾ ਦਾ ਹੁਕਮ ਮੰਨਦੇ ਹਨ। ਹੁਕਮੇ ਹੀ ਸੁਖ ਪਾਏ, ਔਰ ਵਾਹਿਗੁਰੂ ਦਾ ਹੁਕਮ ਮੰਨ ਕੇ ਉਹ ਸੁਖ ਪ੍ਰਾਪਤ ਕਰਦੇ ਆ, ਚੁੱਤ ਸੁਖ। ਹੁਕਮੋ ਸੇਵੇ ਹੁਕਮ ਅਰਾਧੇ, ਹੁਕਮ ਦੇ ਨਾਲ ਹੀ, ਹੁਕਮ ਦੇ ਵਿੱਚ ਹੀ ਸੇਵਾ ਕਰਦੇ ਆ, ਹੁਕਮ ਵਿੱਚ ਹੀ ਅਰਾਧਨਾ ਕਰਦੇ ਹਨ। ਹੁਕਮੇ ਸਮੈ ਸਮਾਏ, ਹਾਂਜੀ, ਹੁਕਮੇ ਸਮੈ ਸਮਾਏ। ਸੋ ਹੁਕਮ ਦੇ ਵਿੱਚ ਹੀ ਸਮੈ ਆਪ ਸੋ ਲੀਨ ਹੁੰਦੇ ਆ ਔਰ ਹੋਰਨਾਂ ਨੂੰ ਸਮਾਉਂਦੇ ਹਨ। ਹੁਕਮ ਵਰਤ ਨੇਮ ਸੁਚ ਸੰਜਮ, ਹੁਕਮ ਦੇ ਵਿੱਚ ਉਹਨਾਂ ਦਾ, ਗੁਰਮੁਖਾਂ ਦਾ ਹੁਕਮ ਜੋ ਮੰਨਣਾ, ਇਹੀ ਵਰਤ ਹੈ। ਵਰਤ ਰੱਖਣੇ ਨਾ, ਜਿਵੇਂ ਇਕਾਦਸ਼ੀ ਆਦਿਕ ਦੇ, ਸੋ 14 ਆਦਿਕ ਦਾ ਕੋਈ ਵਰਤ ਰੱਖਦਾ। ਸੋ ਇਹ ਜਿਹੜੇ ਸਾਰੇ ਵਰਤ ਰੱਖਣੇ ਆ, ਕਰਵਾ ਚੌਥ ਦਾ ਕੋਈ ਰੱਖਦੀ ਆ, ਮਈਆਂ ਵਰਤ ਨੇਮ
ਔਰ ਨੇਮ ਰੱਖਣਾ, ਕਈਆਂ ਨੇ ਕੋਈ ਨੇਮ ਰੱਖਿਆ ਹੁੰਦਾ, ਕਿਸੇ ਨੇ ਨੇਮ ਰੱਖਿਆ ਹੁੰਦਾ ਮੈਂ ਜੋੜਾ ਨਹੀਂ ਪਾਉਣਾ, ਕਿਸੇ ਨੇ ਇਹ ਨੇਮ ਰੱਖਿਆ ਹੁੰਦਾ ਮੈਂ ਬਸਤਰ ਸੀ ਕੇ ਨਹੀਂ ਪਾਉਣਾ। ਹੁਕਮ ਵਰਤ ਨੇਮ ਸੋਚ, ਸੋਚੇ ਆਂਦਰਾਂ ਦੀ ਜੋ ਸਫਾਈ ਕਰਨੀ ਨਿਉਲੀ ਤੇ ਧੋਤੀ ਆਦਿਕ ਨਾਲ। ਸੋ ਇਹ ਇਸ ਪ੍ਰਕਾਰ ਇਹ ਮਲਮਲ ਦਾ ਕੱਪੜਾ ਲੈ ਕੇ ਇੱਕ ਨਾਸਕਾ ਰਾਹੀਂ ਪਾ ਕੇ ਦੂਜੀ ਰਾਹੀਂ ਖਿੱਚਣਾ। ਸੋ ਇਸ ਤਰ੍ਹਾਂ ਜਾਂ ਮੂੰਹ ਰਾਹੀਂ ਖਿੱਚਣਾ, ਇਹ ਸਫਾਈ ਕਰਨੀ। ਸੋ ਇਸੇ ਤਰ੍ਹਾਂ ਇੱਕ ਚੱਪਾ ਚੌੜਾ ਜੋ ਮਲਮਲ ਦਾ ਬਸਤਰ ਇਹ ਕਾਫੀ ਲੰਮਾ, ਇਹ ਮੂੰਹ ਰਾਹੀਂ ਪਾ ਕੇ ਅੰਦਰ ਲੰਘਾਈ ਜਾਣਾ ਔਰ ਜਦੋਂ ਸਾਰਾ ਲੰਘ ਗਿਆ ਫਿਰ ਖਿੱਚ ਲੈਣਾ। ਇਸ ਤਰ੍ਹਾਂ ਆਂਦਰਾਂ ਦੀ ਸਫਾਈ ਕਰਨੀ। ਸੋਚ ਸੰਜਮ, ਔਰ ਸੰਜਮ ਜੋ ਰੱਖਣੀ ਗੁਰੂ ਕੇ ਪਿਆਰਿਓ ਕਿ ਮੈਂ ਆਹ ਸੰਜਮ ਰੱਖਦਾ ਹਾਂ, ਮੈਂ ਰੱਖਿਆ ਹੈ। ਸੋ ਇਸ ਪ੍ਰਕਾਰ ਇਹ ਜਿਹੜਾ ਸੰਜਮ ਆਦਿਕ ਰੱਖਣਾ ਕਿ ਮੇਰੇ ਇਹ ਗੁਰਮੁਖਾਂ ਨੇ ਕੀ ਸੰਜਮ ਰੱਖਿਆ ਹੈ। ਗੁਰਮੁਖਾਂ ਨੇ ਮਨ ਦੀ ਜਿਹੜੀ ਮੈਲ ਆ ਨਾ ਵਿਸ਼ੇ ਵਿਕਾਰਾਂ ਦੀ, ਇਹਨੂੰ ਦੂਰ ਰੱਖਿਆ। ਇਹ ਸੰਜਮ ਹੈ ਗੁਰਮੁਖਾਂ ਦਾ। ਮੈਲ ਨੂੰ ਜਿਵੇਂ ਨਿਵਲੀ ਧੋਤੀ ਦੁਆਰਾ ਆਂਦਰਾਂ ਸਾਫ਼ ਕਰਦੇ ਆ, ਗੁਰਮੁਖ ਜਨ ਜੋ ਹਨ ਵਿਸ਼ੇ ਵਿਕਾਰਾਂ ਤੋਂ ਮਨ ਨੂੰ ਅੰਤःਕਰਨ ਨੂੰ ਰਹਿਤ ਕਰਦੇ ਹਨ, ਗੁਰੂ ਕਾ ਹੁਕਮ ਮੰਨਦੇ ਹਨ। ਹੁਕਮ ਮੰਨਣਾ ਹੀ ਗੁਰਮੁਖਾਂ ਦੀ ਸੁਚਮਤਾ ਰੱਖਣੀ ਹੈ। ਮਨ ਚਿੰਦਿਆ ਫਲ ਪਾਏ, ਇਸ ਤਰ੍ਹਾਂ ਮਨ ਇੱਛਤ ਫਲ ਪ੍ਰਾਪਤ ਕਰਦੇ ਹਨ। ਸਦਾ ਸੁਹਾਗਣ ਜੇ ਹੁਕਮੈ ਬੁਝੈ, ਸੋ ਜੋ ਸਦਾ ਹੁਕਮ ਨੂੰ ਬੁੱਝਦੇ ਹਨ ਉਹ ਸਦਾ ਸੁਹਾਗਣ ਹਨ। ਗੁਰਮੁਖ ਜਾਨੋ ਸਦਾ ਸੁਹਾਗਣਾ ਹਨ। ਸਤਿਗੁਰ ਸੇਵੈ ਲਿਵ ਲਾਏ, ਸਤਿਗੁਰੂ ਗਰੀਬ ਨਿਵਾਜ ਜੀ ਦੀ ਸੇਵਾ ਕਰਦੇ ਲਿਵ ਲਾ ਕਰਕੇ। ਨਾਨਕ ਕਿਰਪਾ ਕਰੇ ਜਿਨ ਉਪਰ, ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ ਜਿਨ੍ਹਾਂ ਦੇ ਉੱਤੇ ਮੇਰਾ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰੇ। ਤਿਨਾ ਹੁਕਮੇ ਲਏ ਮਿਲਾਏ, ਉਹਨਾਂ ਨੂੰ ਆਪਣੇ ਹੁਕਮ ਦੇ ਵਿੱਚ ਹੀ ਮਿਲਾ ਲੈਂਦਾ ਹੈ। ਮਨਮੁਖ ਹੁਕਮ ਨਾ ਬੁੱਝੇ ਬਪੁੜੀ, ਪਰ ਮਨਮੁਖਾਂ ਦੀ ਕੀ ਹਾਲਤ ਹੈ। ਇੱਧਰ ਗੁਰਮੁਖਾਂ ਦਾ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨਮੁਖਾਂ ਬਾਰੇ ਵੀ ਕਥਨ ਕਰ ਰਹੇ ਹਨ। ਇਹ ਤਾਂ ਗੁਣ ਗੁਰਮੁਖਾਂ ਦੇ ਆ ਕਿ ਹੁਕਮ ਮੰਨਣਾ, ਪਰਮੇਸ਼ਰ ਨੂੰ ਪਾਉਣਾ, ਪਰਮੇਸ਼ਰ ਦੀ ਭਗਤੀ ਕਰਨੀ, ਪ੍ਰੇਮ ਪਾਉਣਾ ਮਹਾਰਾਜ ਨਾਲ। ਔਰ ਮਨਮੁਖ ਕੀ ਹਨ, ਮਨਮੁਖਾਂ ਦੇ ਔਗਣ ਕੀ ਹੈ। ਮਨਮੁਖ ਹੁਕਮ ਨਾ ਬੁੱਝਿਆ ਬਪੜੀ, ਸਭ ਤੋਂ ਵੱਡਾ ਔਗਣ ਕੀ ਹੈ, ਉਹ ਪਰਮੇਸ਼ਰ ਦਾ ਹੁਕਮ ਨਹੀਂ ਬੁੱਝਦੇ ਵਿਚਾਰੇ ਮਨਮੁਖ। ਨਿਤ ਹਉਮੈ ਕਰਮ ਕਮਾਏ, ਔਰ ਸਦਾ ਹਉਮੈ ਦੇ ਸਹਿਤ ਕਰਮ ਕਰਦੇ ਹਨ। ਵਰਤ ਨੇਮ ਸੁਚ ਸੰਜਮ ਪੂਜਾ, ਜਿੰਨੇ ਵੀ ਉਹਨਾਂ ਨੇ ਵਰਤ ਕੀਤੇ ਆ ਰੱਖੇ ਆ, ਕੋਈ ਇਕਾਦਸ਼ੀ ਦੇ ਵਰਤ, ਕੋਈ ਹੋਰ ਜਿੰਨੇ ਵਰਤ ਆਉਂਦੇ ਆ ਸਾਰੇ ਤਰ੍ਹਾਂ ਦੇ ਵਰਤ। ਔਰ ਵਰਤ ਨੇਮ ਰੱਖਣੇ ਜਿਹੜੇ ਆ ਸਰੀਰ ਕਰਕੇ ਗੁਰੂ ਕੇ ਪਿਆਰਿਓ ਕੋਈ ਵੀ ਨੇਮ ਬਣਾ ਲਿਆ ਤੇ ਸੁਚਮਤਾ ਰੱਖੀ ਸਰੀਰ ਦੀ, ਸੰਜਮ ਰੱਖਿਆ ਕਿ ਮੈਂ ਆਹ ਕੰਮ ਨਹੀਂ ਕਰਨਾ। ਪੂਜਾ ਜੋ ਕਰਨੀ ਹੈ ਪਖੰਡ ਦੇ ਸਹਿਤ, ਦਿਖਾਵੇ ਦੇ ਸਹਿਤ। ਸੋ ਇਸ ਪ੍ਰਕਾਰ ਦਾ ਇਹ ਜਿਹੜੇ ਸਾਰੇ ਹੀ ਸੰਜਮ ਕੀਤੇ ਮਨਮੁਖਾਂ ਦੇ। ਪਾਖੰਡ ਭਰਮ ਨਾ ਜਾਏ, ਪਖੰਡ ਦੇ ਸਹਿਤ 16 ਪ੍ਰਕਾਰ ਦੀ ਪੂਜਾ ਵੀ ਭਾਵੇਂ ਕਰੀ ਜਾਏ। ਇੰਦਰੀਆਂ ਦਾ ਦਮਨ ਕਰਨ ਰੂਪੀ ਸੰਜਮ ਵੀ ਰੱਖ ਲਏ, ਨੇਮ ਰੱਖ ਲਏ ਕਿ ਮੈਂ ਹਰ ਰੋਜ਼ ਜਾ ਕਰਕੇ ਇੰਨਾ ਦਾਨ ਕਰਨਾ, ਕੁਝ ਵੀ ਕਰ ਲਏ। ਇਹ ਜੋ ਉਖਾਵੇ ਸਹਿਤ ਕੀਤੇ, ਪਖੰਡ ਸਹਿਤ ਕੀਤੇ,
ਇਹਨਾਂ ਕਰਮਾਂ ਦੁਆਰਾ ਭਰਮ ਨਹੀਂ ਗੁਰੂ ਕੇ ਪਿਆਰਿਓ ਨਿਵਰਤ ਹੋਣਾ। ਅੰਤਰ ਹੋਕ ਸੁਧ ਮਾਇਆ ਮੋਹ ਵਿਧੇ। ਭਰਮ ਕਿਵੇਂ ਨਿਵਰਤ ਹੁੰਦਾ ਹੈ? ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਏ। ਪ੍ਰੇਮ ਦੇ ਤੀਰ ਹਿਰਦੇ ਚ ਲੱਗਣ ਵਿੰਨ੍ਹਦੇ ਨੇ ਹਿਰਦੇ ਨੂੰ, ਤਾਂ ਇਹ ਜਿਹੜਾ ਮਨ ਉੱਡਦਾ ਫਿਰਦਾ ਨਾ ਦਸਾਂ ਦਿਸ਼ਾਂ ਚ, ਇਹ ਡਿੱਗ ਪੈਂਦਾ ਲਟੂ ਉੱਥੇ ਹੀ। ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਤਾਂ ਪਿਆਰਿਓ ਭਰਮ ਕੱਟਿਆ ਜਾ ਸਕਦਾ ਹੈ। ਅੰਦਰੋਂ ਕਸੁੱਧ ਮਾਇਆ ਮੋਹ ਵਿਧੇ। ਮਨਮੁਖ ਤਾਂ ਉਸ ਇਸਤਰੀ ਦੀ ਨਿਆਈ ਹਨ ਕਿ ਅੰਦਰੋਂ ਕਸੁੱਧ ਪਵਿੱਤਰ ਹਨ, ਮਾਇਆ ਦੇ ਮੋਹ ਵਿੱਚ ਬੱਝੇ ਹੋਏ। ਜਿਉ ਹਸਤੀ ਸ਼ਾਰ ਉਡਾਏ। ਮਨਮੁਖ ਰੂਪੀ ਇਸਤਰੀਆਂ, ਇਹਨਾਂ ਦੇ ਕੀਤੇ ਜਿਹੜੇ ਕਰਮ ਆ, ਜੇ ਇਹਨਾਂ ਨੇ ਤੀਰਥ ਤੇ ਵੀ ਇਸ਼ਨਾਨ ਕਰ ਲਿਆ, ਇਹ ਸੁਚ ਸੰਜਮਤਾ ਵੀ ਰੱਖ ਲਈ, ਸੋ ਨੇਮ ਵੀ ਬਣਾ ਲਏ, ਪਰ ਇਹ ਸਾਰੇ ਇਸ ਤਰ੍ਹਾਂ ਨਿਸ਼ਫਲ ਹਨ ਜਿਉਂ ਹਸਤੀ ਸ਼ਾਰ ਉਡਾਏ। ਹਾਥੀ ਨੂੰ ਨਵਾਲ ਦਿਓ ਚੰਗੀ ਤਰ੍ਹਾਂ ਮਲ ਮਲ ਕੇ, ਪਰ ਨਹਾ ਕੇ ਨਦੀ ਚੋਂ ਬਾਹਰ ਨਿਕਲੇਗਾ, ਉਸੇ ਵੇਲੇ ਬਾਹਰ ਨਿਕਲ ਕੇ ਆਪਣੇ ਸਰੀਰ ਤੇ ਮਿੱਟੀ ਪਾ ਲਏਗਾ, ਘਟਾ ਪਾ ਲਏਗਾ, ਉਸੇ ਤਰ੍ਹਾਂ ਅੰਗਾਰਾ ਭਰ ਭਰ ਕੇ ਪਾਏਗਾ। ਉਹਦਾ ਜੋ ਇਸ਼ਨਾਨ ਕੀਤਾ ਕਿਸੇ ਕੰਮ ਨਹੀਂ ਹੈ। ਇਸੇ ਤਰ੍ਹਾਂ ਜਿਹਨੇ ਬਾਹਰੋਂ ਦਿਖਾਵੇ ਮਾਤਰ ਇਹ ਸਾਰੇ ਕਾਰਜ ਕੀਤੇ ਆ ਨਾ ਹਉਮੈ ਨੂੰ ਧਾਰ ਕੇ, ਉਹਨਾਂ ਦੇ ਫਿਰ ਪਾਪਾਂ ਰੂਪੀ ਸੁਆਹ ਦੇ ਨਾਲ ਫਿਰ ਉਹ ਉਸੇ ਤਰ੍ਹਾਂ ਦਾ ਬਣ ਜਾਂਦਾ। ਹੰਕਾਰ ਦੇ ਸਹਿਤ ਹੋਣ ਕਰਕੇ ਉਹਨੂੰ ਕੁਝ ਲਾਭ ਨਹੀਂ ਪ੍ਰਾਪਤ ਹੁੰਦਾ। ਮਨਮੁਖ ਨੂੰ ਜੋ ਅੰਦਰੋਂ ਕਸੁੱਧ ਸ਼ੁੱਧ ਨਹੀਂ ਹੈ, ਸੋ ਅਪਵਿੱਤਰ ਹੈ ਅੰਦਰੋਂ, ਮਾਇਆ ਦੇ ਮੋਹ ਵਿੱਚ ਬੱਝਾ ਮਨਮੁਖ। ਜਿਨ ਉਪਾਏ ਤਿਸੈ ਨਾ ਚਿਤ ਹੈ। ਜਿਸ ਪਰਮੇਸ਼ਰ ਨੇ ਪੈਦਾ ਕੀਤੇ ਉਹਨੂੰ ਤਾਂ ਚੇਤੇ ਨਹੀਂ ਕਰਦੇ। ਬਿਨ ਚੇਤੇ ਕਿਉ ਸੁਖ ਪਾਏ। ਅਤੇ ਚੇਤੇ ਕੀਤਿਆਂ ਬਿਨਾ ਕਿਵੇਂ ਸੁਖ ਪ੍ਰਾਪਤ ਕਰ ਸਕਦੇ ਹਨ। ਨਾਨਕ ਪਰਪੰਚ ਕੀਆ ਧੁਰ ਕਰਤੈ। ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ, ਇਹ ਪ੍ਰਪੰਚ, ਸੋ ਇਹ ਪੰਜਾਂ ਕਰਕੇ ਹੈ ਨਾ ਪ੍ਰਪੰਚ, ਸਤੀ ਭਾਂਤੀ ਪ੍ਰੇਤਾ ਨਾਮ ਰੂਪ ਪ੍ਰਪੰਚ। ਸੋ ਤਿੰਨ ਸੱਤਾ ਇਹਦੇ ਵਿੱਚ ਬ੍ਰਹਮ ਦੀਆਂ ਤੇ ਦੋ ਮਾਇਆ ਦੀਆਂ। ਸੋ ਸੱਤ ਚਿਤ ਆਨੰਦ ਰੂਪ ਇਹ ਬ੍ਰਹਮ ਦੀਆਂ ਤਿੰਨ ਗੁਣ ਆ, ਤੇ ਦੋ ਜਿਹੜੇ ਆ ਨਾਮ ਤੇ ਰੂਪ, ਇਹ ਮਾਇਆ ਦੀਆਂ, ਮਾਇਆ ਦੇ ਗੁਣਾ, ਮਾਇਆ ਦੀਆਂ ਸੱਤਾ। ਇਸ ਤਰ੍ਹਾਂ ਪੰਜਾਂ ਤੋਂ ਪ੍ਰਪੰਚ ਹੈ। ਨਾਨਕ ਪ੍ਰਪੰਚ ਕੀਆ ਧੁਰ ਕਰਤੈ। ਧੰਨ ਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਹਨ, ਧੁਰ ਜੋ ਮੁੱਢ ਰੂਪ ਕਰਤਾ ਪੁਰਖ ਹੈ ਨਾ, ਤੇ ਵਾਹਿਗੁਰੂ ਜੀ ਨੇ ਆਪਣੀ ਚੇਤਨ ਸੱਤਾ ਪਾ ਕੇ ਪ੍ਰਪੰਚ ਸੰਸਾਰ ਨੂੰ ਰਚਨਾ ਕੀਤਾ ਹੈ। ਪੂਰਬ ਲਿਖਿਆ ਕਮਾਏ। ਇਹਦੇ ਵਿੱਚ ਸੋ ਪੂਰਬ ਜੋ ਪਹਿਲਾਂ ਕੀਤੇ ਆ ਨਾ ਜੀਵ ਨੇ ਕਰਮ, ਉਹਨਾਂ ਅਨੁਸਾਰ ਇਹਦੇ ਮੱਥੇ ਤੇ ਲਿਖਤ ਪਈ ਆ। ਜਿਹੜੇ ਵੀ ਜੀਵ ਹੰਗਤਾ ਦੇ ਸਹਿਤ ਕਰਮ ਕਰਦਾ ਹੈ, ਉਹ ਕਿਰੇਮਾਨ ਕਰਮ ਬਣ ਜਾਂਦੇ ਆ। ਔਰ ਕਿਰੇਮਾਨ ਕਰਮ ਇਕੱਠੇ ਹੁੰਦੇ ਆ, ਸੰਚਿਤ ਬਣ ਜਾਂਦੇ ਆ। ਜਿੱਥੇ ਜਮ੍ਹਾਂ ਹੋਈ ਜਾਂਦੇ ਉਹਨੂੰ ਸੰਚਿਤ ਕਰਮ ਕਹਿੰਦੇ ਆ। ਉਹ ਸੰਚਿਤ ਕਰਮਾਂ ਦੀ ਜੋ ਕੋਠੜੀ ਆ, ਜੋ ਪੰਡ ਹੈ, ਉਹਦੇ ਵਿੱਚੋਂ ਜਿਹੜਾ ਕਰਮ ਭੋਗਣ ਨੂੰ ਮਿਲਦਾ ਔਰ ਇਹਦਾ ਉਸ ਅਨੁਸਾਰ ਇਹ ਜੀਵ ਚੱਲ ਪੈਂਦਾ ਅੱਗੇ, ਦੁੱਖ ਸੁੱਖ ਭੋਗਦਾ ਉਹਦੇ ਅਨੁਸਾਰ, ਉਹ ਗੁਰੂ ਕੇ ਪਿਆਰਿਓ ਪਰਾਲਬਧ ਕਰਮ ਬਣ ਜਾਂਦਾ। ਇਸ ਤਰ੍ਹਾਂ ਉਹ ਜਿਹੜਾ ਮੱਥੇ ਤੇ ਲਿਖਿਆ ਕਰਮ ਆ ਉਹਨੂੰ ਕਹਿੰਦੇ ਪਰਾਲਬਧ ਕਰਮ।
ਲਿਖਿਓ ਲੋਹ ਕਰਮੰ ਲਿਖਿਓ ਲੇਖ ਕਰਿਓ ਲੋਹ ਕਰਮੰ ਲਿਖਿਓ ਲੇਖ ਮਾਥੇ। ਪਰਮੇਸ਼ਰ ਨੇ ਲੋਹ ਕਰਮ ਕਰਕੇ ਅਗੰਮੀ ਕਲਮ ਦੇ ਨਾਲ ਮੱਥੇ ਦੇ ਉੱਪਰ ਜੀਵ ਦੇ ਕਰਮ ਲਿਖੇ ਹਨ। ਉਹਦੇ ਅਨੁਸਾਰ ਇਹ ਜੀਵ ਆਪਣੇ ਸੋ ਦੁੱਖ ਸੁੱਖ ਨੂੰ ਭੋਗਦਾ ਹੈ, ਪੂਰਬ ਲਿਖੇ ਨੂੰ ਕਮਾਉਂਦਾ ਹੈ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ। ਗੁਰਮੁਖ ਜਨਾਂ ਨੂੰ ਗੁਰਾਂ ਉੱਪਰ ਪ੍ਰਤੀਤ ਹੋ ਗਈ ਆ, ਭਰੋਸਾ ਆ ਗਿਆ, ਉਹਨਾਂ ਦਾ ਮਨ ਮੰਨ ਗਿਆ। ਅਣਦਿਨ ਸੇਵਾ ਕਰਤ ਸਮਾਏ। ਉਹ ਰਾਤ ਦਿਨੇ ਸੇਵਾ ਕਰਦੇ ਹੋਏ ਪਰਮੇਸ਼ਰ ਵਿੱਚ ਸਮਾਉਂਦੇ ਹਨ। ਅੰਤਰ ਸਤਿਗੁਰ ਗੁਰੂ ਸਭ ਪੂਜੇ। ਤਿਨਾਂ ਦੇ ਅੰਦਰ ਕਿਉਂਕਿ ਉਹਨਾਂ ਇੰਨਾ ਧਿਆਨ ਧਾਰਿਆ ਸਤਿਗੁਰੂ ਜੀ ਦਾ ਕਿ ਸਤਿਗੁਰੂ ਜੀ ਨੂੰ ਹਿਰਦੇ 'ਚ ਹੀ ਵਸਾ ਲਿਆ। ਹੁਣ ਗੁਰੂ ਹਿਰਦੇ 'ਚ ਵਸਦਾ ਸਾਰੇ। ਸੋ ਇਹ ਆ ਕੇ ਸਰੀਰ ਦੀ ਪੂਜਾ ਨਹੀਂ ਕਰਦੇ, ਕਿਉਂਕਿ ਸਤਿਗੁਰੂ ਹਿਰਦੇ 'ਚ ਵਸ ਰਿਹਾ, ਇਸ ਕਰਕੇ ਗੁਰਮੁਖਾਂ ਦੀ ਪੂਜਾ ਨਹੀਂ, ਉਹ ਸਤਿਗੁਰੂ ਜੀ ਦੀ ਪੂਜਾ ਹੋ ਰਹੀ ਹੈ। ਸਤਿਗੁਰ ਕਾ ਦਰਸ ਦੇਖੈ ਸਭ ਆਏ। ਸੋ ਜਿਨ੍ਹਾਂ ਨੇ ਹਿਰਦੇ 'ਚ ਸਤਿਗੁਰੂ ਜੀ ਨੂੰ ਵਸਾਇਆ, ਜੇ ਉਹਨਾਂ ਦਾ ਆ ਕੇ ਦਰਸ਼ਨ ਕਰਦੇ ਸੋ ਗੁਰੂ ਕੇ ਪ੍ਰੇਮੀ ਮਾਨੋ ਕਿ ਉਹ ਸਤਿਗੁਰੂ ਜੀ ਦਾ ਦਰਸ਼ਨ ਕਰਦੇ ਹਨ। ਅਥਵਾ ਸੱਚੇ ਗੁਰੂ ਦੇ ਹਿਰਦੇ ਵਿੱਚ ਚੇਤਨ ਜੋ ਬ੍ਰਹਮ ਵਸਦਾ, ਇਸ ਕਰਕੇ ਸਾਰਾ ਸੰਸਾਰ ਗੁਰੂ ਨੂੰ ਪੂਜਣਾ ਕਰਦਾ ਹੈ। ਹਰ ਕੋਈ ਆ ਕੇ ਸੱਚੇ ਗੁਰੂ ਦੇ ਦਰਸ਼ਨ ਦੀਦਾਰ ਵੇਖਦਾ ਹੈ। ਮੰਨੀਐ ਸਤਿਗੁਰ ਪਰਮ ਵਿਚਾਰੀ। ਇਹ ਭਾਈ ਪਰਮ ਵਿਚਾਰ, ਵੱਡੀ ਵਿਚਾਰ ਕਿਹੜੀ ਆ? ਸਰੂਪਾਨੰਦ ਵਾਲੀ। ਵਿਚਾਰ ਦੇਣ ਵਾਲੇ ਸੱਚੇ ਸਤਿਗੁਰੂ ਜੀ ਨੂੰ ਮੰਨੀਏ, ਮੰਨਣਾ ਕਰੋ। ਜਿਤ ਮਿਲਿਆ ਤਿਸਨਾ ਭੁੱਖ ਸਭ ਜਾਏ। ਜਿਨ੍ਹਾਂ ਨੂੰ ਮਿਲਣ ਕਰਕੇ ਤ੍ਰਿਸ਼ਨਾ ਰੂਪੀ ਭੁੱਖ ਸਾਰੀ ਚਲੀ ਜਾਂਦੀ ਹੈ। ਵੇਖੋ ਵੱਡੀ ਭੁੱਖ ਇਹੀ ਹੈ ਨਾ ਤ੍ਰਿਸ਼ਨਾ ਦੀ। ਬੰਦਾ ਪੇਟ ਭਰਨ ਵਾਸਤੇ ਨਹੀਂ ਸਾਰੇ ਯਤਨ ਕਰਦਾ, ਪੇਟ ਤੇ ਗੁਰੂ ਕੇ ਪਿਆਰੇ 2-4 ਪ੍ਰਸ਼ਾਦੇ ਛਕ ਕੇ ਭਰ ਜਾਂਦਾ। ਔਰ ਜਿਹੜੀ ਮਨ ਦੀ ਭੁੱਖ ਆ ਨਾ, ਇਹ ਨਹੀਂ ਛੇਤੀ ਮੁੱਕਦੀ। ਮਨ ਦੀ ਭੁੱਖ ਤੇ ਤ੍ਰਿਸ਼ਨਾ ਰੂਪੀ ਭੁੱਖ, ਇਹਦੇ ਬਾਰੇ ਤੇ ਮਹਾਂਪੁਰਖਾਂ ਨੇ, ਕਵੀ ਜਨਾਂ ਨੇ ਲਿਖਿਆ। ਜੋ 10 20 ਹੋਏ, 50 ਹੋਏ, 7 ਹੋਏ, ਹਜ਼ਾਰਨ ਲੱਖ ਮੰਗੇਗੀ। करोड़ अरब खरब पृथ्वी पत होने की चाह जगेगी। आकाश पताल को राज करो, तृष्णा अध की अत आग लगेगी। सुंदर एक संतोख बिना 60, तेरी तो भूख कदे न भगेगी। जो 10 20 50 7 ਹੋਏ, ਜਿਹਦੇ ਕੋਲ 10 20 ਨੂੰ, 20 50 ਨੂੰ, 50 ਵਾਲਾ 100 ਨੂੰ ਤੇ 100 ਵਾਲਾ ਹਜ਼ਾਰਾਂ ਨੂੰ, ਹਜ਼ਾਰਾਂ ਵਾਲਾ ਲੱਖਾਂ ਵੱਲ ਨੂੰ ਭੱਜਦਾ। ਹਜ਼ਾਰਨ ਲੱਖ ਮੰਗੇਗੀ। ਇਹ ਤ੍ਰਿਸ਼ਨਾ ਫਿਰ ਲੱਖਾਂ ਨੂੰ ਮੰਗਦੀ ਹੈ। ਜੇ ਲੱਖ ਪ੍ਰਾਪਤ ਹੋ ਜਾਣ ਤਾਂ ਫਿਰ ਕਿਹੜੀ ਪੁੱਜ ਜਾਂਦੀ ਹੈ। ਕਰੋੜਾਂ ਅਰਬਾਂ ਖਰਬਾਂ ਮੈਨੂੰ ਪ੍ਰਾਪਤ ਹੋਣ, ਤੇ ਖਰਬਾਂ ਵਾਲਾ ਕਿਹੜਾ ਪਿਆਰੋ ਰੱਜ ਜਾਂਦਾ। ਖਰਬਾਂ ਵਾਲਾ ਸੋਚਦਾ ਪ੍ਰਿਥਵੀ ਪਤ ਹੋਣੇ ਕੀ ਚਾਹ ਜਗੇਗੀ, ਕਿ ਮੇਰੇ ਤੋਂ ਬਿਨਾਂ ਦੂਜਾ ਕੋਈ ਹੋਵੇ ਨਾ, ਸਾਰੀ ਧਰਤੀ ਦਾ ਰਾਜਾ ਹੀ ਮੈਂ ਹੋਵਾਂ। ਧਰਤੀ ਨੂੰ ਪਾ ਕੇ ਕਿਹੜਾ ਬਹਿ ਟਿਕਾ ਨਾਲ ਬਹਿ ਜਾਂਦੇ ਆ, ਇਹੋ ਜਿਹੀ ਮਾਇਆ। ਫਿਰ ਆਕਾਸ਼ ਪਤਾਲ ਕੋ ਰਾਜ ਕਰੋ, ਸੋ ਧਰਤੀ ਨੂੰ, ਆਕਾਸ਼ ਨੂੰ ਤੇ ਪਤਾਲ ਦੇ ਵਿੱਚ ਵੀ ਮੈਂ ਹੁਣ ਰਾਜ ਕਰ ਲਵਾਂ। ਧਰਤੀ ਦਾ ਰਾਜਾ ਬਣ ਕੇ ਕਹਿੰਦਾ ਮੈਂ ਪਤਾਲ ਨੂੰ ਤੇ ਆਕਾਸ਼ ਨੂੰ ਵੀ ਜਿੱਤ ਲਾਂ, ਰਾਜ ਕਰ ਲਾਂ। ਇਹ ਤ੍ਰਿਸ਼ਨਾ ਰੂਪੀ ਅੱਗ ਨਹੀਂ ਜੇ ਬੁਝਦੀ। ਧੰਨ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮੰਨੀਏ ਸਤਿਗੁਰ ਪਰਮ ਵਿਚਾਰੀ,
ਜਿਤ ਮਿਲਿਆ ਤਿਸਨਾ ਭੁੱਖ ਸਭ ਜਾਏ। ਭਾਈ ਸਤਿਗੁਰੂ ਜੀ ਨੂੰ ਮੰਨਣਾ ਕਰੀਏ ਜੋ ਪਰਮ ਵਿਚਾਰ ਬਖਸ਼ਣ ਵਾਲੇ ਹਨ, ਸਰੂਪਾਨੰਦ ਦੀ, ਬ੍ਰਹਮਾਨੰਦ ਦੀ, ਸੋ ਪਰਮੇਸ਼ਰ ਨਾਲ ਮਿਲਣ ਵਾਲੀ ਵਿਚਾਰ। ਇਹੋ ਜਿਹੇ ਸਤਿਗੁਰੂ ਜੀ ਹਨ ਜਿਨ੍ਹਾਂ ਨੂੰ ਮਿਲ ਕਰਕੇ ਤ੍ਰਿਸ਼ਨਾ ਰੂਪੀ ਭੁੱਖ ਸਾਰੀ ਹੀ ਨਿਵਰਤ ਹੋ ਜਾਂਦੀ ਹੈ। ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ। ਅਸੀਂ ਸਦਾ ਸਦਾ ਬਲਿਹਾਰ ਕੁਰਬਾਨ ਸਦਕੇ ਜਾਂਦੇ ਹਾਂ ਆਪਣੇ ਸਤਿਗੁਰਾਂ ਤੋਂ। ਜੋ ਪ੍ਰਭ ਸੱਚਾ ਦੇ ਮਿਲਾਏ। ਜੋ ਸਤਿਗੁਰੂ ਜੀ ਸੱਚੇ ਪ੍ਰਭੂ ਨਾਲ ਮਿਲਾ ਦਿੰਦੇ ਹਨ। ਨਾਨਕ ਕਰਮ ਪਾਇਆ ਤਿਨ ਸੱਚਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ, ਹੇ ਗੁਰੂ ਕੇ ਪਿਆਰਿਓ, ਉਹਨਾਂ ਦੇ ਮੱਥੇ ਤੇ ਸੱਚਾ ਕਰਮ ਪਰਮੇਸ਼ਰ ਨੇ ਪਾਇਆ ਹੈ ਲੇਖ। ਜੋ ਗੁਰ ਚਰਣੀ ਲੱਗੇ ਆਏ। ਸੋ ਇਹ ਨਿਸ਼ਾਨੀ ਆ ਕਿ ਜਿਹੜੇ ਸਤਿਗੁਰੂ ਜੀ ਨਾਲ ਆ ਕਰਕੇ ਮਿਲੇ ਆ ਨਾ, ਉਹਨਾਂ ਦੇ ਮੱਥੇ ਤੇ ਧੰਨ ਗੁਰੂ ਨਿਵਾਜ ਜੀ ਨੇ ਇਹ ਸਫਲ ਲੇਖ ਨਿਸ਼ਕਾਮ ਕਰਮਾਂ ਦਾ ਲਿਖਿਆ ਹੋਇਆ ਭੇਜਿਆ, ਲਿਖ ਕੇ ਭੇਜਣਾ ਕੀਤਾ ਹੈ। ਜਿਨ ਪ੍ਰਿਆ ਸੋ ਨੇਹੋ ਸੇ ਸੱਜਣ ਮੈਂ ਨਾਲ। ਜਿਨ੍ਹਾਂ ਦਾ ਪ੍ਰਿਆ ਪਿਆਰੇ ਪ੍ਰਮਾਤਮਾ ਨਾਲ ਨੇਹੋ ਆਣਾ, ਉਹ ਸੱਜਣ ਗੁਰਮੁਖ ਮੈਂ ਆਪਣੇ ਨਾਲ ਸਦਾ ਉਹਨਾਂ ਨੂੰ ਵਸਾ ਕੇ ਰੱਖਦਾ ਸਤਿਗੁਰਾਂ ਨੂੰ। ਅੰਤਰ ਬਾਹਰ ਹਉ ਫਿਰਾਂ ਭੀ ਹਿਰਦੈ ਰਖਾ ਸਮਾਲ। ਅੰਦਰ ਬਾਹਰ ਮੈਂ ਫਿਰਦਾ। ਅੰਦਰ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਮਾਧੀ 'ਚ ਟਿਕੇ ਹੁੰਦੇ ਆ, ਬਾਹਰ ਜਦੋਂ ਸੇਵਾ 'ਚ ਗਏ ਹੁੰਦੇ ਆ, ਅੰਦਰ ਜਦੋਂ ਸਤਸੰਗਤ 'ਚ ਵਿਰਾਜੇ ਹੁੰਦੇ ਆ, ਸਤਿਗੁਰੂ ਜੀ ਫਰਮਾਉਂਦੇ ਆ ਜਿਨ੍ਹਾਂ ਦਾ ਪਰਮਾਤਮਾ ਨਾਲ ਪ੍ਰੇਮ ਹੈ ਨਾ, ਉਹਨਾਂ ਗੁਰਮੁਖਾਂ ਨੂੰ ਅਸੀਂ ਸਦਾ ਆਪਣੇ ਹਿਰਦੇ 'ਚ ਸੰਭਾਲ ਕੇ ਰੱਖਦੇ ਹਾਂ, ਯਾਦ ਰੱਖਦੇ ਹਾਂ। ਅੰਦਰ ਜਦੋਂ ਸਤਸੰਗਤ 'ਚ ਬੈਠੇ ਹੁੰਦੇ ਆ ਔਰ ਬਾਹਰ ਜਦੋਂ ਸੰਸਾਰ ਦੇ ਸੰਗਤ ਤੋਂ ਬਾਹਰ ਵਿਚਰਦਿਆਂ ਹੋਇਆਂ ਸਤਸੰਗ ਜੋ ਗੁਰੂ ਕੀ ਸੰਗਤ ਵਿੱਚ ਵਿਚਰਦਿਆਂ ਸੰਗਤ ਦੇ ਭਲੇ ਵਾਸਤੇ, ਤਾਂ ਵੀ ਗੁਰੂ ਕੇ ਪਿਆਰਿਓ ਅਸੀਂ ਉਹਨਾਂ ਗੁਰਸਿੱਖਾਂ ਨੂੰ ਹਿਰਦੇ 'ਚ ਸੰਭਾਲ ਕੇ ਰੱਖਦੇ ਹਾਂ। ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ। ਜਿਨ੍ਹਾਂ ਗੁਰਮੁਖਾਂ ਨੇ ਸੱਚੇ ਸਤਿਗੁਰੂ ਜੀ ਨੂੰ ਇੱਕ ਮਨ ਇੱਕ ਚਿੱਤ ਹੋ ਕਰਕੇ ਧਿਆਉਣਾ ਕੀਤਾ ਹੈ। ਸਤਿਗੁਰ ਸੋ ਚਿਤ ਲਾਏ। ਸੋ ਸਤਿਗੁਰਾਂ ਨਾਲ ਆਪਣੇ ਚਿੱਤ ਦੀ ਬਿਰਤੀ ਨੂੰ ਲਾ ਕਰਕੇ ਬ੍ਰਹਮ ਨੂੰ ਧਿਆਉਣਾ ਕੀਤਾ ਹੈ। ਤਿਨ ਕੀ ਦੁਖ ਭੁੱਖ ਹਉਮੈ ਵੱਡਾ ਰੋਗ ਗਿਆ। ਉਹਨਾਂ ਦਾ ਵੱਡਾ ਰੋਗ ਜਿਹੜਾ ਨਾ ਹਉਮੈ ਦਾ ਰੋਗ, ਦੁੱਖ ਤੇ ਭੁੱਖ ਦੇਣ ਵਾਲਾ, ਇਹ ਗਿਆ, ਨਿਵਰਤ ਹੋ ਗਿਆ। ਨਿਰਦੋਖ ਭਏ ਲਿਵ ਲਾਏ। ਦੋਸ਼ਾਂ ਤੋਂ ਰਹਿਤ ਹੋ ਗਏ ਪਰਮੇਸ਼ਰ ਵਿੱਚ ਲਿਵ ਬਿਰਤੀ ਨੂੰ ਲਾ ਕਰਕੇ। ਗੁਣ ਗਾਵਹੇ ਗੁਣ ਉਚਰਹੇ। ਦੋਸ਼ ਜਿਹੜੇ ਆ ਨਾ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਤੋਂ ਵੀ ਰਹਿਤ ਹੋ ਗਏ ਪਰਮੇਸ਼ਰ ਵਿੱਚ ਬਿਰਤੀ ਲਾ ਕਰਕੇ। ਉਹ ਤਾਂ ਇੱਕ ਪਰਮੇਸ਼ਰ ਦੇ ਗੁਣ ਗਾਉਂਦੇ ਆ, ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ। ਗੁਣ ਮਹਿ ਸਵੈ ਸਮਾਏ। ਆਪ ਗੁਣ ਗਾਉਂਦੇ ਆ, ਹੋਰਨਾਂ ਪਾਸੋਂ ਉਚਾਰਨ ਕਰਾਉਂਦੇ ਆ, ਤੇ ਗੁਰੂ ਦੇ ਗੁਣਾਂ ਦੇ ਵਿੱਚ ਸਮੇਂ ਲੀਨ ਹੋ ਜਾਂਦੇ ਆ, ਹੋਰਨਾਂ ਨੂੰ ਲੀਨ ਕਰ ਦਿੰਦੇ ਹਨ। ਨਾਨਕ ਗੁਰ ਪੂਰੇ ਤੇ ਪਾਇਆ। ਧੰਨ ਗੁਰੂ ਗਰੀਬ ਨਿਵਾਜ ਜੀ ਸਤਿਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਪੂਰੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਤੋਂ ਇਹ ਪ੍ਰਾਪਤ ਕੀਤਾ ਹੈ। ਸਹਿਜ ਮਿਲਿਆ ਪ੍ਰਭ ਆਏ। ਸੋ ਸਹਿਜ ਹੀ ਸੁਭਾਵਕ ਹੀ ਸੁਤੇ ਨਿਰਜਤਨ ਹੀ ਪ੍ਰਭੂ ਨੂੰ ਆ ਕੇ ਮਿਲ ਗਏ, ਅਥਵਾ ਪ੍ਰਭੂ ਆ ਕੇ ਨਿਰਜਤਨ ਹੀ ਮਿਲਿਆ ਹੈ।
ਇਹ ਸਤਿਗੁਰਾਂ ਦੀ ਕਿਰਪਾ ਹੋਈ ਹੈ। ਮਨ ਮੁਖ ਮਾਇਆ ਮੋਹ ਹੈ। ਮਨਮੁਖਾਂ ਦਾ ਮਾਇਆ ਨਾਲ ਮੋਹ ਹੈ ਬੜਾ ਭਾਰੀ। ਨਾਮ ਨਾ ਲੱਗੈ ਪਿਆਰ। ਉਹ ਜਤਨ ਤੇ ਕਰਦੇ ਆ ਨਾਮ ਜਪੀਏ, ਪਰ ਨਾਮ ਨਾਲ ਪ੍ਰੇਮ ਨਹੀਂ ਲੱਗਦਾ, ਕਿਉਂਕਿ ਲਿਵ ਧਾਤ ਦੋਏ ਰਾਹ ਹੈ। ਦੋ ਰਾਹ ਨਾ, ਲਿਵ ਜੋ ਬਿਰਤੀ ਲਾਉਣੀ ਪਰਮੇਸ਼ਰ ਵਿੱਚ, ਤੇ ਧਾਤ ਜੋ ਮਾਇਆ, ਇਹਨਾਂ ਦੋਨਾਂ ਦਾ ਵੱਖਰਾ ਵੱਖਰਾ ਰਾਹ ਹੈ। ਜਿਹਦੀ ਬਿਰਤੀ ਨਾਮ ਵਿੱਚ ਲੱਗੀ ਉਹ ਮਾਇਆ ਵੱਲ ਨਹੀਂ ਦੌੜੇਗਾ, ਜਿਹਦੀ ਮਾਇਆ ਵਿੱਚ ਲੱਗੀ ਉਹ ਨਾਮ ਵਿੱਚ ਨਹੀਂ ਜੁੜ ਸਕੇਗੀ। ਇਸ ਕਰਕੇ ਮਨਮੁਖਾਂ ਦਾ ਮਾਇਆ ਨਾਲ ਮੋਹ ਹੈ। ਨਾਮ ਨਾ ਲੱਗੈ ਪਿਆਰ। ਜਿਸ ਕਾਰਨ ਨਾਮ ਨਾਲ ਪ੍ਰੇਮ ਨਹੀਂ ਲੱਗੇਗਾ। ਕੂੜ ਕਮਾਵੈ ਕੂੜ ਸੰਗਰੈ। ਉਹ ਝੂਠੇ ਪਦਾਰਥਾਂ ਦੀ ਕਮਾਈ ਕਰਦੇ ਆ, ਝੂਠੀ ਮਾਇਆ ਨੂੰ ਧਨ ਨੂੰ ਇਕੱਠਾ ਕਰਕੇ ਸੰਗ੍ਰਹਿ, ਸੋ ਕਮਾਵੈ ਕਮਾ ਕਰਕੇ ਸੰਗ੍ਰਹਿ ਇਕੱਠਾ ਕਰਦੇ ਹਨ। ਕੂੜ ਕਰੈ ਆਹਾਰ। ਅਤੇ ਝੂਠ ਦਾ ਹੀ ਇਹ ਭੋਜਨ ਕਰਦੇ ਹਨ। ਬਿਖ ਮਾਇਆ ਧਨ ਸੰਚ ਮਰਹੇ। ਇਹ ਵਿਉ ਰੂਪੀ ਮਾਇਆ ਨਾ, ਸੋ ਇਹ ਮਾਇਆ ਨਾਗਣੀ ਦੀ ਤਰ੍ਹਾਂ ਹੈ, ਜ਼ਹਿਰ ਆਇਆ ਦਾ। ਜਿਹਨੂੰ ਡੰਗਦੇ ਉਹਨੂੰ ਗੁਰੂ ਕੇ ਪਿਆਰਿਓ ਪਰਮੇਸ਼ਰ ਦੇ ਨਾਲ ਨਹੀਂ ਮਿਲਣ ਦਿੰਦੀ। ਸੋ ਇਸ ਕਰਕੇ ਇਹ ਵੇਖ ਮਾਇਆ ਧਨ, ਵੇਖ ਰੂਪੀ ਜ਼ਹਿਰ ਰੂਪੀ ਮਾਇਆ ਧਨ ਜਿਹੜੇ ਆ ਨਾ, ਛਲ ਰੂਪੀ ਰੋਕੜੀ, ਇਹਨੂੰ ਇਕੱਠਾ ਕਰਕੇ ਮਰ ਜਾਂਦੇ ਆਖਰ ਨੂੰ। ਅੰਤ ਹੋਏ ਸਭ ਸਾਰ। ਆਖਰ ਨੂੰ ਗੁਰੂ ਕੇ ਪਿਆਰਿਓ ਅੰਤ ਵੇਲੇ ਇਹ ਸਾਰੀ ਸਵਾਰੂਪ ਹੀ ਆ ਨਾ, ਸਾਰ ਸਵਾਹ ਹੀ ਬਣ ਜਾਂਦੀ, ਕੋਈ ਨਾਲ ਨਹੀਂ ਜਾਂਦੀ। ਕਰਮ ਧਰਮ ਸੁਚ ਸੰਜਮ ਕਰਹੇ। ਜੋ ਲੋਕ ਵਿਖਾਵੇ ਦੇ ਕਰਮ ਧਰਮ ਕਰਦੇ ਹਨ, ਸੁਚਮਤਾ ਕਹਿੰਦਾ ਮੈਂ ਹੱਥ ਨਹੀਂ ਲਾਉਂਦਾ ਕਿਸੇ ਚੀਜ਼ ਨੂੰ। ਸੰਜਮ ਧਾਰਦੇ ਆ ਕਿ ਮੈਂ ਇੰਦਰੀਆਂ ਦਾ ਦਮਨ ਕਰਨ ਦਾ ਸੰਜਮ ਕਰਦਾ ਹਾਂ। ਅੰਤਰ ਲੋਭ ਵਿਕਾਰ। ਅਰਜ ਹਿਰਦੇ ਦੇ ਅੰਦਰ ਲੋਭ ਹੈ, ਵਿਕਾਰ ਹਨ। ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ, ਇਸ ਤਰ੍ਹਾਂ ਜੋ ਮਨਮੁਖ ਲੋਕ ਕਮਾਉਂਦੇ ਆ ਨਾ, ਉਹਨਾਂ ਦੀ ਕੀਤੀ ਕਮਾਈ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਵਿੱਚ ਥਾਂ ਨਹੀਂ ਪੈਂਦੀ। ਦਰਗਹਿ ਹੋਏ ਖੁਆਰ। ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਖੁਆਰ ਹੁੰਦੇ ਆ, ਖਰਾਬ ਹੀ ਹੁੰਦੇ ਹਨ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ। ਸਾਰੇ ਜਿੰਨੇ ਰਾਗ ਕਿਸੇ ਗੁਰੂ ਕੇ ਪਿਆਰਿਓ, ਕਿਸੇ ਨੇ ਰਾਗੀਆਂ ਨੇ ਆ ਕੇ ਨਾ ਬੜਾ ਸੁੰਦਰ ਰਾਗ ਸਤਿਗੁਰਾਂ ਦੇ ਹਜ਼ੂਰ ਗਾਇਆ। ਸੁਣ ਕੇ ਸਿੱਖ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਮਹਾਰਾਜ ਇਹ ਰਾਗੀਆਂ ਨੇ ਬੜੇ ਸੁੰਦਰ ਰਾਗ ਗਾਉਣਾ ਕੀਤੇ ਆ, ਪਰ ਆਪ ਜੀ ਦੱਸਣਾ ਕਰੋ ਸਾਰੇ ਰਾਗਾਂ ਚੋਂ ਕਿਹੜਾ ਰਾਗ ਚੰਗਾ ਹੈ। ਤਾਂ ਸਤਿਗੁਰੂ ਫਰਮਾਉਂਦੇ ਹਨ, ਸਭਨਾ ਰਾਗਾਂ ਵਿੱਚ ਸੋ ਭਲਾ ਭਾਈ। ਇਹ ਗਾਏ ਹੋਏ ਰਾਗਾਂ ਵਿੱਚੋਂ ਉਹ ਰਾਗ ਗਾਇਆ ਭਲਾ ਚੰਗਾ ਹੈ। ਜਿਤ ਵਸਿਆ ਮਨ ਆਏ। ਜਿਸ ਰਾਗ ਨੂੰ ਗਾਉਣ ਕਰਕੇ ਪਰਮੇਸ਼ਰ ਮਨ ਚ ਆ ਵਸੇ। ਰਾਗ ਨਾਦ ਸਭ ਸੱਚ ਹੈ। ਸੋ ਰਾਗ ਨਾਦ ਗਾਇਆ ਹੋਇਆ ਸੱਚ ਹੈ, ਸਾਰਾ ਤਾਂ ਹੀ ਸਫਲਾ ਹੈ। ਕੀਮਤ ਕਹੀ ਨਾ ਜਾਏ। ਕਿਉਂਕਿ ਜੋ ਪਰਮੇਸ਼ਰ ਮਿਲ ਜੇ ਜਿਹਦੀ ਕੀਮਤ ਨਹੀਂ ਕਹੀ ਜਾ ਸਕਦੀ। ਸੋ ਰਾਗ ਨਾਦ ਗਾਇਆ ਹੋਇਆ ਤਾਂ ਹੀ ਗੁਰੂ ਕੇ ਪਿਆਰਿਓ ਇਹ ਸੱਚਾ ਹੈ। ਰਾਗ ਤੇ ਨਾਦ ਸਾਰੇ ਕਥਨ ਕੀਤੇ ਹੋਏ ਤਾਂ ਹੀ ਸੱਚੇ ਨੂੰ ਕਥਨ ਕਰਦੇ ਹਨ। ਸੋ ਕਥਨ ਤਾਂ ਸੱਚੇ ਨੂੰ ਹੀ ਕਰਦੇ ਆ, ਪਰੰਤੂ ਪਰਮੇਸ਼ਰ ਦੇ ਗੁਣਾਂ ਦੀ ਕੀਮਤ ਰਾਗਾਂ ਤੇ ਵਾਜਿਆਂ ਕਰਕੇ, ਨਾਦ ਕਹੀਏ ਵਾਜੇ, ਸੋ ਕਹੀ ਨਾ ਜਾਏ, ਕਥਨ ਨਹੀਂ ਕੀਤੀ ਜਾ ਸਕਦੀ। ਸੋ ਇਹਨਾਂ ਰਾਗਾਂ ਨਾਦਾਂ ਦੇ ਨਾਲ ਜੇ ਕਿਰਤ ਦੀ ਬਿਰਤੀ ਦਾ ਟਿਕਾ ਹੋ ਜੇ ਚੰਗੀ ਗੱਲ ਆ, ਪਰ ਜਿਹੜੇ ਇਕੱਲੇ ਰਾਗਾਂ 'ਚ ਹੀ ਮਨ ਲਾਈ ਰੱਖਦੇ ਆ,
ਵਾਜਿਆਂ 'ਚ ਬਿਰਤੀ ਲਾਈ ਰੱਖਦੇ ਆ, ਉਹ ਹੁਕਮ ਨਹੀਂ ਮੰਨ ਸਕਦੇ ਫਿਰ ਗੁਰੂ ਪਿਆਰਿਓ ਪਰਮੇਸ਼ਰ ਦਾ। ਤਾਂ ਉਹ ਜੋ ਪਰਮੇਸ਼ਰ ਜਿਸ ਦੀ ਕੀਮਤ ਨਹੀਂ ਕਹੀ ਜਾ ਸਕਦੀ, ਰਾਗੈ ਨਾਦੈ ਬਾਹਰਾ, ਸੋ ਰਾਗਾਂ ਤੇ ਨਾਦਾਂ ਤੋਂ ਉਹ ਬਾਹਰਾ ਹੈ ਪਰਮੇਸ਼ਰ। ਇਨੀ ਹੁਕਮ ਨਾ ਬੁਝਿਆ ਜਾਏ। ਇਹ ਗੁਰੂ ਕੇ ਪਿਆਰਿਓ, ਸੋ ਉਹ ਰਾਗਾਂ ਨਾਦਾਂ ਤੋਂ ਬਾਹਰਾ ਹੋਣ ਕਰਕੇ ਇਹਨਾਂ ਦੁਆਰੇ ਉਹਦਾ ਹੁਕਮ ਨਹੀਂ ਬੁੱਝਿਆ ਜਾ ਸਕਦਾ। ਇਸ ਕਰਕੇ ਇਹ ਰਾਗ ਨਾਦ ਜਿਹੜੇ ਵਿਖਾਵੇ ਮਾਤਰ ਦੁਨੀਆ ਦੇ ਮੋਹ ਪੈਦਾ ਕਰਨ ਵਾਲੇ ਆ, ਸੋ ਇਹਨਾਂ 'ਚ ਲੱਗੇ ਹੋਏ ਮੋਹ ਤੋਂ ਰਹਿਤ ਹੋਣ ਦੀਆਂ ਗੱਲਾਂ ਦਾ ਕਰਦੇ ਆ, ਉਪਦੇਸ਼ ਤਾਂ ਦਿੰਦੇ ਆ, ਪਰ ਇਹਨਾਂ ਪੁਰਖਾਂ ਤੋਂ ਵਾਹਿਗੁਰੂ ਦਾ ਹੁਕਮ ਨਹੀਂ ਬੁੱਝਿਆ ਜਾ ਸਕਦਾ। ਸੋ ਇਸ ਕਰਕੇ ਪਰਮੇਸ਼ਰ ਦਾ ਹੁਕਮ ਬੁੱਝਣਾ ਤੇ ਹੁਕਮ ਜਿਹੜਾ ਮੰਨਦਾ ਨਾ, ਉਹਦੇ ਸਾਰੇ ਰਾਗ ਨਾਦ ਗਾਏ ਸਫਲੇ ਹਨ। ਨਾਨਕ ਹੁਕਮੈ ਬੁਝੈ ਤਿਨਾ ਰਾਸ ਹੋਏ। ਜਿਹੜੇ ਹੁਕਮ ਨੂੰ ਬੁੱਝਦੇ ਹਨ, ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਉਹਨਾਂ ਨੂੰ ਰਾਸ ਸੱਚਾਈ ਹੁੰਦੀ ਹੈ, ਉਹਨਾਂ ਦਾ ਸਫਲਾ ਹੁੰਦਾ ਹੈ। ਸ਼ਰਧਾ ਰੂਪੀ ਰਾਸ ਪੂੰਜੀ ਉਹਨਾਂ ਦੀ ਜੋ ਹੈ, ਸੋ ਇਹ ਸੱਚਾਈ ਵਿੱਚ ਆਉਂਦੀ ਹੈ। ਸਤਿਗੁਰ ਤੇ ਸੋਝੀ ਪਾਏ। ਧੰਨ ਗੁਰੂ ਗਰੀਬ ਨਵਾਜ ਜੀ ਤੋਂ ਇਹ ਸੋਝੀ ਪ੍ਰਾਪਤ ਹੁੰਦੀ ਵਾਹਿਗੁਰੂ ਨੂੰ ਮਿਲਣ ਦੀ। ਸਭ ਕਿਛ ਤਿਸ ਤੇ ਹੋਇਆ। ਇਹ ਸਾਰਾ ਕੁਝ ਹੀ ਜੋ ਵੀ ਹੈ ਨਾ, ਦ੍ਰਿਸ਼ਟੀ ਆ ਰਿਹਾ ਹੈ, ਇਹ ਸਾਰਾ ਕੁਝ, ਔਰ ਜੋ ਅਦ੍ਰਿਸ਼ਟ ਵੀ ਹੈ, ਬਹੁਤ ਸਾਰੀ ਸ੍ਰਿਸ਼ਟੀ ਗੁਪਤ ਪ੍ਰਗਟ, ਇਹ ਸਾਰੇ ਉਹਦੇ ਤੋਂ ਹੀ ਪੈਦਾ ਹੋਏ ਹਨ। ਜਿਉ ਤਿਸੈ ਦੀ ਰਜਾਏ। ਜੋ ਤਿਸ ਪਰਮੇਸ਼ਰ ਦੀ ਰਜਾ ਹੋਈ ਹੈ ਨਾ, ਉਹਦੀ ਆਗਿਆ ਹੋਈ ਹੈ, ਉਸੇ ਤਰ੍ਹਾਂ ਹੀ ਸਾਰਾ ਇਹ ਵਰਤਾਰਾ ਵਰਤਿਆ ਹੈ। ਜਿਵੇਂ ਉਹਦੀ ਆਗਿਆ ਹੁੰਦੀ ਹੈ, ਇਸ ਤਰ੍ਹਾਂ ਹੀ ਇਹ ਸਾਰਾ ਹੀ ਸੰਸਾਰ ਪੈਦਾ ਹੁੰਦਾ ਹੈ। ਉਹਦੇ ਹੁਕਮ ਵਿੱਚ ਹੀ ਉਹਦੀ ਸੰਸਾਰ ਦੀ ਪਾਲਣਾ ਹੋ ਰਹੀ ਹੈ। ਪਰਮੇਸ਼ਰ ਦੇ ਹੁਕਮ ਵਿੱਚ ਹੀ ਇਹ ਸੰਸਾਰ ਸੋ ਆਖਰ ਨੂੰ ਨਾਸ਼ ਹੋ ਰਿਹਾ ਹੈ। ਇਹ ਵਾਹਿਗੁਰੂ ਦੀ ਜਿਵੇਂ ਰਜਾ ਹੈ ਨਾ ਗੁਰੂ ਕੇ ਪ੍ਰੇਮਿਓ, ਸੋ ਉਹਦੀ ਰਜਾ 'ਚ ਸਭ ਕੁਝ ਚੱਲ ਰਿਹਾ ਹੈ। ਇਹ ਪਾਵਨ ਉਪਦੇਸ਼ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਸਮੇਂ ਦੀ ਸਮਾਪਤੀ ਹੈ, ਸੋ ਪਾਵਨ ਉਪਦੇਸ਼ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਆਓ ਗੁਰੂ ਪ੍ਰੇਮੀਓ, ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਨਾਨਕ ਹੁਕਮੈ ਬੁਝੈ ਤਿਨਾ ਰਾਸ ਹੋਏ। ਸਤਿਗੁਰ ਤੇ ਸੋਝੀ ਪਾਏ। ਸਭ ਕਿਛ ਤਿਸ ਤੇ ਹੋਇਆ। ਜਿਉ ਤਿਸੈ ਦੀ ਰਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।